पढ़े लिखे डिग्रियां वालियां दे उन्हां ਦੀਆਂ ਗੱਲਾਂ ਦੱਸ ਰਹੀ ਹਾਂ कि मैं एक अनमैरिड लड़की दी किद्दां इन्हां ने जिंदगी बर्बाद की और मैं हार के मजबूर होके भी तुहाडे नाल मैं कॉन्टैक्ट कीता सी कि मैं अपनी गल सब नूं दसना चाहुंदी हां कि ये पढ़े लिखे डिग्रियां वाले ते बड़े बड़े ऑफिसर्स जिहड़े अपने आप नूं बड़े लोकां सामने दसदे असीं बड़े साडे पावरफुल इंसान आ पंजाब एंड हरियाणा हाई कोर्ट दे उन्हां दे चीफ जस्टिस नूं बदलण वास्ते सारे एडवोकेट्स ने कहता सी कि ये साडे हिसाब नाल नहीं चलदे ਤੇ ਜਿਹੜਾ ਕੋਟਾਂ ਖੋਲਣ ਵਾਸਤੇ ਤਾਂ ਕਹਿੰਦੇ ਸੀ ਕਿ ਇਹਨਾਂ ਨੂੰ ਇੱਥੋਂ ਟ੍ਰਾਂਸਫਰ ਕੀਤੀ ਜਾਵੇ। ਇਹ ਸਾਰਾ ਗਰੁੱਪ ਇੱਕ ਤੇ ਮੈਂ ਕੱਲੀ ਇੱਕ ਮੈਂ ਕਿੱਦਾਂ ਦੇਖੋ ਔਰ ਇਹ ਜਿਹੜਾ ਜੇ ਵਕੀਲ ਹੈਗਾ ਆ ਅਮਰਿੰਦਰ ਥਿੰਦ ਆ ਜਲੰਧਰ ਦੇ ਤੁਸੀਂ ਦੇਖੋ ਹਾਈ ਕੋਰਟ ਦੇ ਜੱਜ ਤੇ ਜਲੰਧਰ ਦੇ ਜੱਜਾਂ ਨਾਲ ਬੈਠ ਕੇ ਆਰਡਰ ਲੋਕਾਂ ਦੇ ਲੋਕ ਅਦਾਲਤ ਦੇ ਫੈਸਲੇ ਕਰਦਾ ਆ ਇਹ ਤੇ ਫਿਰ ਤੁਸੀਂ ਦੱਸੋ ਜਿਸ ਕੋਰਟਾਂ 'ਚ ਮੈਨੂੰ ਇਹ ਸੱਦਦੇ ਰਹੇ ਆ ਹਨਾ ਫਿਰ ਉਹ ਜੱਜ ਕਿੱਦਾਂ ਇਹਨਾਂ ਦੇ ਹਿਸਾਬ ਨਾਲ ਚੱਲਦੇ ਹੋਣਗੇ ਹਨਾ ਜੀ। ਇਹ ਸਾਰੇ ਚੱਲਦੇ ਨਾਲ ਜੱਜਾਂ ਦੇ ਹਾਈ ਕੋਰਟ ਦੇ ਜੱਜ ਵੀ ਬੈਠੇ ਆ ਤੇ ਨਾਲ ਇਹ ਆਪ ਬੈਠਾ ਆ। ਪੁਲਿਸ ਨੇ ਕਿਹਾ ਆ ਮੈਡਮ ਨੇ ਘਰ ਜਾ ਕੇ ਹਮਲਾ ਕੀਤਾ ਜਿੱਤੇ ਹਮਲਾ ਕਹਿੰਦੇ ਹੋਇਆ ਵਕੀਲ ਕਹਿੰਦੇ ਆ ਮੈਡਮ ਨੇ ਆਫਿਸ 'ਚ ਜਾ ਕੇ ਹਮਲਾ ਕੀਤਾ ਡਰਾਈਵਰ ਕਹਿੰਦਾ ਮੈਂ ਕੁਝ ਦੇਖਿਆ ਨਹੀਂ ਆ ਵਕੀਲ ਕਹਿੰਦਾ ਸਾਡੇ 4 ਜਣਿਆਂ ਤੇ ਅਸੀਂ 4 ਜਣੇ ਮੌਜੂਦ ਸੀ। ਮੈਡੀਕਲ ਰਿਪੋਰਟ ਕੋਈ ਜਲਨ ਦੇ ਨਿਸ਼ਾਨ ਹੋਣੇ ਚਾਹੀਦੇ ਆ ਵੀਰ ਕੋਈ ਜਲਨ ਦੇ ਨਿਸ਼ਾਨ ਨਹੀਂ ਪਰ ਦੇਖੋ ਜਦੋਂ ਇਨਕੁਆਇਰੀ ਲਗਾਈ ਪਰ ਵੀਰ ਆਈਜੀ ਕਿੰਨੇ ਵੱਡੇ ਰੈਂਕ ਦੇ ਆ ਐਸਐਸਪੀ ਨੇ ਤਾਂ ਕਹਿਣਾ ਹੀ ਕਹਿਣਾ ਆਈਜੀ ਡੀਜੀਪੀ ਹੋਣੀ ਸਾਰੇ ਕਹਿੰਦੇ ਜੋ ਅਸੀਂ ਐਫਆਈਆਰ ਕੀਤੀ ਸਹੀ ਕੀਤੀ ਹੈ। ਸਾਰੇ ਵਕੀਲਾਂ ਨੇ ਇਕੱਠੇ ਹੋ ਕੇ ਤੁਸੀਂ ਫਲੋਰ ਸ਼ਹਿਰ 'ਚ ਕਿਸੇ ਨੂੰ ਪੁੱਛ ਲਓ ਨਿੱਕੇ ਨਿੱਕੇ ਬੱਚੇ ਨੂੰ ਪਤਾ ਗਲੀਆਂ ਵਕੀਲਾਂ ਨਾਲ ਭਰ ਗਈਆਂ ਸੀ ਗੇਟਾਂ ਨੂੰ ਲੱਤਾਂ ਮਾਰੀਆਂ ਗਈਆਂ ਸੀ ਮੰਮਾ ਮੇਰੇ ਕੋ ਧੱਕੇ ਨਾਲ ਗੇਟ ਖਲਵਾ ਕੇ ਇੱਕ ਇੱਕ ਕਮਰੇ ਦੀ ਤਲਾਸ਼ੀ ਲਿੱਤੀ ਗਈ ਸੀ ਵਕੀਲਾਂ ਨੇ ਲੈ ਸਕਦੇ ਨੇ ਰੱਬ ਨੇ ਉਹ ਨਹੀਂ ਪਤਾ ਕੀ ਵੀਰ ਨਾ ਕੋਈ ਪੁਲਿਸ ਵਾਲੇ ਨਾਲ ਨਹੀਂ ਸੀ ਨਹੀਂ ਇਹ ਵਕੀਲ ਵੀ ਰੱਬ ਨੇ ਕਾਲੇ ਕੋਟ ਦੇ ਵਿੱਚ ਰੱਬ ਨੇ ਕੁਝ ਵੀ ਕਰ ਸਕਦੇ ਇਹ ਪੜ੍ਹੇ ਲਿਖੇ ਡਿਗਰੀਆਂ ਵਾਲਿਆਂ ਦੇ ਤੁਹਾਨੂੰ ਕੰਮ ਦੱਸਦੀ ਆ ਕਿ ਇਹਨਾਂ ਨੇ ਕਿੱਦਾਂ ਕੰਮ ਕੀਤਾ ਫਿਰ ਇਹਨਾਂ ਦੀ ਵਰਡਿੰਗ ਪਤਾ ਕੀ ਸੀਗੀ ਮਾਤਾ ਆਪਣੀ ਧੀ ਕੱਢ ਤੇਰੀ ਧੀ ਲੈਣ ਆਏ ਆ ਅੱਛਾ ਮੇਰੇ ਤੇ ਕਿਸੇ ਨੂੰ ਯਕੀਨ ਕਰਨ ਦੀ ਲੋੜ ਨਹੀਂ ਉਹ ਫਲੋਰ ਉੱਥੇ ਸਾਰਿਆਂ ਦੇ ਸਾਹਮਣੇ ਨਿੱਕੇ ਨਿੱਕੇ ਬੱਚਿਆਂ ਨੂੰ ਪਤਾ ਕਿੱਦਾਂ ਕੰਮ ਹੋਏ ਸੀ ਪਰ ਪੁਲਿਸ ਦੇਖੋ ਕਿੱਡੀ ਬੈਸਟ ਲੋਕਾਂ ਨੇ ਦੇਖਿਆ ਇਹਨਾਂ ਪੁਲਿਸ ਵਾਲੇ ਕਹਿੰਦੇ ਨਾ ਜੀ ਇਹ ਝੂਠ ਬੋਲਦੇ ਆ ਅਜਿਹਾ ਵਾਕਿਆ ਨਹੀਂ ਵਕੀਲ ਤੁਹਾਡੇ ਘਰ ਕਦੇ ਗਏ ਨਹੀਂ ਅਕੋਰਡਿੰਗ ਟੂ ਪੁਲਿਸ ਹਾਂਜੀ ਇਹ ਪੁਲਿਸ ਵਾਲੇ ਦੇਖੋ ਇਹ ਕਿੱਦਾਂ ਕਰਦੇ ਆ ਪੁਲਿਸ ਵਾਲੇ ਆਪਾਂ ਕਿਵੇਂ ਮਾੜਾ ਕੀਏ ਉਹਨਾਂ ਨੂੰ ਅੱਖੀ ਤਾਂ ਜਿਹੜੇ ਤੁਸੀਂ ਕਿਸੇ ਨਹੀਂ ਪੁਲਿਸ ਹਮੇਸ਼ਾ ਹੀ ਠੀਕ ਹੁੰਦੀ ਹੈ ਜੀ ਤੁਹਾਨੂੰ ਮੈਂ ਦੱਸਦੀ ਕਿ ਇੱਥੇ ਪੰਜਾਬ 'ਚ ਸਿਸਟਮ ਕਿੱਦਾਂ ਦਾ ਆ ਇਹ ਕਿੱਦਾਂ ਕਰਦੇ ਆ। ਆਪਾਂ ਸਾਰਿਆਂ ਨੇ ਠੱਗੀ ਬੇਈਮਾਨੀ ਅਤਿਆਚਾਰ ਦੇ ਬਹੁਤ ਕਿੱਸੇ ਸੁਣੇ ਹੋਣਗੇ ਦੇਖਦੇ ਵੀ ਆ ਕਿ ਪੁਲਿਸ ਪ੍ਰਸ਼ਾਸਨ ਕਿਵੇਂ ਲੋਕਾਂ ਦੇ ਨਾਲ ਧੱਕਾ ਕਰਦੀ ਹੈ ਤੇ ਜ਼ਿੰਦਗੀਆਂ ਬਰਬਾਦ ਕਰ ਦਿੰਦੀ ਆ ਔਰ ਕਈ ਵਾਰੀ ਆਤਮ ਹੱਤਿਆ ਤੱਕ ਵੀ ਲੋਕ ਇਹਨਾਂ ਸਿਸਟਮ ਤੋਂ ਤੰਗ ਆ ਕੇ ਕਰ ਲੈਂਦੇ ਨੇ। ਕੱਲਾ ਇਹ ਨਹੀਂ ਕਿ ਆਮ ਲੋਕ ਦੁਖੀ ਨੇ ਸਿਸਟਮ ਦੇ ਵਿੱਚ ਕੰਮ ਕਰ ਰਹੇ ਲੋਕ ਜਿਹੜੇ ਨੇ ਉਹ ਵੀ ਆਪਣੇ ਸਿਸਟਮ ਤੋਂ ਦੁਖੀ ਨੇ। ਇੱਕ ਐਸਐਚਓ ਕਈ ਵਾਰ ਸਾਨੂੰ ਵਰਦੀ ਦੇ ਵਿੱਚ ਰੋਬ ਮਾਰਦਾ ਬਹੁਤ ਸੋਹਣਾ ਲੱਗਦਾ ਹੈ ਬੜਾ ਲੱਗਦਾ ਵੀ ਹਾਂ ਮੈਂ ਐਸਐਚਓ ਹਾਂ ਮੈਂ ਕੋਈ ਡੀਐਸਪੀ ਹਾਂ ਮੈਂ ਕੋਈ ਅਫਸਰ ਹਾਂ ਲੇਕਿਨ ਜਦੋਂ ਉਹੀ ਵਰਦੀਧਾਰੀ ਇਨਸਾਨ ਦਾ ਆਪਣੇ ਹੀ ਮਹਿਕਮੇ ਦੇ ਨਾਲ ਕੰਮ ਕਰ ਪੈਂਦਾ ਤਾਂ ਉੱਥੇ ਉਹਨੂੰ ਪਤਾ ਲੱਗਦਾ ਵੀ ਕੀ ਭਾਅ ਵਿਕਦੀ ਹੈ। ਛੋਟੇ ਛੋਟੇ ਕਲਰਕ ਵੀ ਫਿਰ ਇਹਨਾਂ ਵੱਡੇ ਵੱਡੇ ਅਫਸਰਾਂ ਤੋਂ ਰਿਸ਼ਵਤਾਂ ਲੈਂਦੇ ਨੇ ਬਿਨਾਂ ਪੈਸੇ ਦਿੱਤੇ ਇਹਨਾਂ ਵੱਡੇ ਅਫਸਰਾਂ ਦਾ ਵਰਦੀਧਾਰੀਆਂ ਦਾ ਵੀ ਕਈ ਵਾਰੀ ਇਹਨਾਂ ਦੇ ਮਹਿਕਮਿਆਂ ਦੇ ਵਿੱਚ ਵੀ ਕੰਮ ਨਹੀਂ ਹੁੰਦਾ। ਸੋ ਇਹ ਇਹਨਾਂ ਦੇ ਇੱਕ ਮਹਿਕਮੇ ਦੀ ਗੱਲ ਸੀ ਲੇਕਿਨ ਉਸ ਤੋਂ ਇਲਾਵਾ ਇਹ ਲੋਕ ਕੀ ਕਰਦੇ ਨੇ ਕਿਵੇਂ ਜ਼ਿੰਦਗੀਆਂ ਬਰਬਾਦ ਕਰਦੇ ਨੇ ਇੱਕ ਬੜਾ ਹੀ ਅਜੀਬੋ ਗਰੀਬ ਤੇ ਰੌਚਕ ਤਾਂ ਨਹੀਂ ਕਹਿਣਾ ਚਾਹੀਦਾ ਲੇਕਿਨ ਫਿਰ ਵੀ ਇੱਕ ਰੌਚਕ ਜਿਹਾ ਕਿੱਸਾ ਆ ਜਿਹੜਾ ਇਸ ਲੜਕੀ ਜਿਹੜੀ ਗੁਰਸ਼ਰਨ ਕੌਰ ਮੇਰੇ ਨਾਲ ਬੈਠੀ ਆ 16 ਸਾਲ ਹੋ ਗਏ ਸਿਸਟਮ ਦੇ ਖਿਲਾਫ ਲੜਾਈ ਲੜਦਿਆਂ ਨੂੰ। ਗੱਲ ਕੀ ਸੀ ਗੱਲ ਕੁਛ ਵੀ ਨਹੀਂ ਔਰ ਜ਼ਮੀਨ ਦੇ ਉੱਪਰ ਕਬਜ਼ਾ ਕਰਨਾ ਸੀ ਉਹਨੂੰ ਬਚਾਉਂਦੇ ਬਚਾਉਂਦੇ ਐਸਾ ਲਪੇਟੇ ਵਿੱਚ ਆ ਗਏ ਇਸ ਲੜਕੀ ਨੇ ਆਪਣਾ ਵਿਆਹ ਵੀ ਨਹੀਂ ਕਰਾ ਪਾਈ ਕਿਉਂਕਿ ਕੋਰਟ ਕਚਹਿਰੀਆਂ ਦੇ ਚੱਕਰ ਦੇ ਵਿੱਚ ਹੀ ਰਹਿ ਗਈਆਂ। ਦੋਵੇਂ ਮਾਵਾਂ ਧੀਆਂ ਨੇ ਘਰ ਦੇ ਵਿੱਚ ਪਿਤਾ ਦੀ ਡੈਥ ਹੋ ਚੁੱਕੀ ਆ ਭਰਾ ਹੈ ਨਹੀਂ 16 ਸਾਲ ਤੋਂ ਲੜਾਈ ਲੜ ਰਹੇ ਨੇ ਸੁਪਰੀਮ ਕੋਰਟ ਤੱਕ ਗੱਲ ਪਹੁੰਚੀ ਹੋਈ ਆ ਤੇ ਹੁਣ ਸਿਸਟਮ ਨੂੰ ਆਪਣਾ ਪੱਖ ਕਿਵੇਂ ਬਚਾਉਣਾ ਚਾਹੁੰਦੇ ਆ ਸਿਸਟਮ ਉਹ ਇਹਨਾਂ ਤੋਂ ਜਾਣਦੇ ਆ। ਅਸਲ ਦੇ ਵਿੱਚ ਪਹਿਲਾਂ ਸ਼ੁਰੂਆਤ ਕਰਦੇ ਆ ਵੀ ਗੱਲ ਸ਼ੁਰੂ ਕਿੱਥੋਂ ਹੋਈ ਸੀ ਭੈਣ ਜੀ ਕਿੱਥੋਂ ਗੱਲ ਸ਼ੁਰੂ ਹੋਈ ਕਿਵੇਂ ਹੋਇਆ ਤੁਹਾਡੇ ਨਾਲ ਧੱਕੇਸ਼ਾਹੀ ਦਾ ਜਿਹੜਾ ਕਿੱਸਾ ਸ਼ੁਰੂ ਹੋਇਆ। ਹਾਂਜੀ ਵੀਰ ਮੇਰੀ ਫਲੋਰ ਦੇ ਵਿੱਚ 8 ਏਕੜ ਜ਼ਮੀਨ ਹੈ। ਫਲੋਰ ਕਿੱਥੇ ਹੈ? ਫਲੋਰ ਵੇਰਕਾ ਮਿਲਕ ਬਾਰ ਬੱਸ ਸਟੈਂਡ ਦੇ ਉਹਦੇ ਬਿਲਕੁਲ ਸਾਹਮਣੇ। ਠੀਕ ਹੈ 8 ਏਕੜ ਆ ਤੇ ਮੇਰੀ ਫੈਮਿਲੀ ਚ ਮੈਂ ਤੇ ਮੇਰੇ ਮਦਰ ਅਸੀਂ 2 ਜਣੇ ਆ ਜੀ ਹੋਰ ਕੋਈ ਮੇਲ ਮੈਂਬਰ ਨਹੀਂ ਹੈਗਾ ਜੀ। ਵੀਰ ਇੱਥੋਂ ਦਾ ਇਦਾਂ ਸਿਸਟਮ ਆ ਨਾ
ਕਿ ਜਿੱਥੇ ਇਹ ਦੇਖਦੇ ਆ ਕਿ ਅਸੀਂ ਪਾਵਰਫੁਲ ਇਨਸਾਨ ਹੈਗੇ ਆ, ਫਾਦਰ ਸਾਡਾ MLA ਆ, ਅਸੀਂ ਐਡਵੋਕੇਟ ਆ, ਅਸੀਂ ਜਿੱਦਾਂ ਮਰਜ਼ੀ ਕਿਸੇ ਦੀ ਪ੍ਰਾਪਰਟੀਆਂ ਲੈ ਸਕਦੇ ਆ, ਹੜਪ ਸਕਦੇ ਆ। ਸਾਨੂੰ ਸਾਡੀ ਵੀਰ 4 ਏਕੜ ਦਾ ਫਾਲਸ ਐਗਰੀਮੈਂਟ ਬਣਾ ਕੇ ਜਲੰਧਰ ਦੇ ਰਹਿਣ ਵਾਲੇ ਜਗਮੋਹਨ ਸਿੰਘ, ਉਹਨਾਂ ਦਾ ਲੜਕਾ ਅਮਰਿੰਦਰ ਸਿੰਘ ਔਰ ਉਹਦੀ ਸਕੀ ਭੈਣ ਦਾ ਲੜਕਾ ਸੰਦੀਪ, ਇਹ ਦੋਨੇ ਵੀਰ ਉੱਥੇ ਐਡਵੋਕੇਟ ਪ੍ਰੈਕਟਿਸ ਕਰਦੇ ਜਲੰਧਰ ਦੇ ਵਿੱਚ ਵਕੀਲ ਨੇ। ਹਾਂਜੀ, ਜਲੰਧਰ ਦੇ ਵਿੱਚ ਵਕੀਲ ਆ। ਲੀਗਲ ਪੰਜਾਬ ਦਾ ਲੀਗਲ ਪ੍ਰਧਾਨ ਦਾ ਇਹ ਆਪਾਂ ਰਾਜੇ ਵੜਿੰਗ ਨੂੰ ਵੀ ਦਿਖਾਉਂਦੇ ਆ ਵੀ ਆਹ ਤੁਹਾਡੇ ਐਡਵੋਕੇਟ ਸਾਹਿਬ ਨੇ ਅਮਰਿੰਦਰ ਸਿੰਘ ਥਿੰਦ, ਹਾਂਜੀ, ਇਹ ਲੀਗਲ ਸੈੱਲ ਦੇ ਸਕੱਤਰ ਬਣੇ ਹੋਣਗੇ ਕਦੋਂ, ਕਿਹੜੀ ਸੰਨ ਦੀ ਗੱਲ ਹੈ? ਇਹ ਵੀਰ 2019 ਦੇ ਵਿੱਚ। ਤੇ ਇਹਦੇ ਸਾਰੇ ਜਿੰਨੇ ਆ ਮੰਤਰੀ ਵੱਡੇ ਵੱਡੇ ਸਾਰਿਆਂ ਨੇ ਕੈਪਟਨ ਦਾ ਤੇ ਜਾਖੜ ਉਹਨਾਂ ਦਾ ਥੈਂਕਸ ਕੀਤਾ ਕਿ ਤੁਸੀਂ ਇਹਨੂੰ ਬਣਾਇਆ, ਜਿੰਨੇ ਆ ਮੰਤਰੀ ਹੋਣੀਆਂ, ਚੌਧਰੀ ਜਿਹੜਾ ਪਿੱਛੇ ਡੈਥ ਹੋ ਗਈ ਉਹਨਾਂ ਦੀ, ਹਾਂਜੀ, ਇਹ ਸਾਰਿਆਂ ਨੇ ਥੈਂਕਸ ਕੀਤਾ। ਇਸੇ ਅਮਰਿੰਦਰ ਸਿੰਘ ਨੇ ਆਪਣੇ ਫਾਦਰ ਦੇ ਨਾਮ ਤੇ ਜਾਲੀ ਐਗਰੀਮੈਂਟ ਬਣਾ ਕੇ ਮੇਰੀ 8 ਖੇਤਾਂ ਦੇ ਸਾਰੇ ਨੰਬਰ ਪਾ ਕੇ ਉਹਦੇ ਵਿੱਚ ਲਿਖਤਾ 1/2 ਹਿੱਸਾ। ਅੱਛਾ, ਨਾਲ ਲਿਖ ਦਿੱਤਾ ਪੰਜਾਬ ਨੈਸ਼ਨਲ ਬੈਂਕ ਨੂੰ। ਇਹਨਾਂ ਨੇ 2000 ਦੇ ਵਿੱਚ 1 ਨੰਬਰ ਗਿਰਵੀ ਰੱਖ ਕੇ ਲਿਮਟ ਬਣਾਈ ਸੀ। ਜੇ ਵੀਰ 1 ਨੰਬਰ ਗਿਰਵੀ ਰੱਖ ਕੇ ਲਿਮਟ ਬਣਾਈ ਸੀ, ਇਹ ਸਾਡੇ ਕੋਈ ਰਿਸ਼ਤੇਦਾਰ ਨਹੀਂ, ਕੋਈ ਲੈਣਾ ਦੇਣਾ, ਅਸੀਂ ਫਲੋਰ ਰਹਿੰਦੇ, ਇਹ ਜਲੰਧਰ ਰਹਿੰਦੇ, ਪਟੇਲ ਚੌਂਕ ਮਾਮੇ ਦੇ ਢਾਬੇ ਵਾਲੀ ਗਲੀ ਦੇ ਵਿੱਚ ਇਹਨਾਂ ਦਾ ਘਰ ਆ ਜੀ। ਤੇ ਇਹਨਾਂ ਨੇ ਕਹਿੰਦੇ ਸਾਰੇ ਸਾਡੀ ਜ਼ਮੀਨ ਦੇ ਨੰਬਰ ਪਾ ਕੇ ਉਹਦਾ ਲਿਖਤਾ 1/2 ਹਿੱਸਾ। ਵੀਰ ਸਾਡਾ ਕਿਸੇ ਨਾਲ ਜ਼ਮੀਨ ਹਾਫ ਸ਼ੇਅਰ ਕਿਸੇ ਨਾਲ ਕੋਈ ਸਾਂਝੀ ਨਹੀਂ ਸੀ। ਅਸੀਂ, ਮੇਰੀ ਮਦਰ ਸਾਰੀ ਜ਼ਮੀਨ ਦੇ ਇਕੱਲੇ ਮਾਲਕ ਸੀ। ਜੇ ਮੇਰੀ ਮਦਰ ਨੇ ਜ਼ਮੀਨ ਵੇਚਣੀ ਸੀ, ਉਹ ਪ੍ਰੋਪਰ ਬਕਾਇਦਾ ਨੰਬਰ ਪਾ ਕੇ ਵੇਚਣੀ ਸੀਗੀ। ਸਾਰੇ ਉਹ ਲਿਖ ਕੇ ਫਿਰ ਉਹਦੀ ਬੈਕ ਸਾਈਡ ਤੇ ਡੇਟ ਕਹਿੰਦੇ ਐਕਸਟੈਂਡ ਕਰ ਦਿੱਤੀ ਆ। ਉਹ ਲਿਖ ਕੇ ਅਮਾਉਂਟ ਉੱਥੇ ਮੇਰੀ ਮਦਰ ਦੇ ਨਾਂ ਅਕਾਊਂਟ ਖੋਲਿਆ ਜਲੰਧਰ ਬੈਂਕ 'ਚ, ਜਿੱਥੇ ਇਸੇ ਜਗਮੋਹਨ ਸਿੰਘ ਵਕੀਲਾਂ ਦਾ, ਇਹਨਾਂ ਦਾ ਸਕਾ ਸਾਂਢੂ ਜਸਵਿੰਦਰ ਨੱਡਾ, ਉਹ ਬੈਂਕ ਮੈਨੇਜਰ ਲੱਗਾ ਸੀ। ਅੱਛਾ, ਉੱਥੇ ਇਹ ਮੰਮਾ ਦਾ ਤੁਹਾਡੀ ਮਾਤਾ ਦਾ ਅਕਾਊਂਟ ਖੁੱਲ ਗਿਆ ਤੇ ਤੁਸੀਂ ਬੈਂਕ 'ਚ ਗਏ ਸੀ ਕਦੇ? ਨਹੀਂ, ਇਹਨਾਂ ਨੇ ਆਪਣੇ ਆਪ ਹੀ, ਤੁਹਾਨੂੰ ਪਤਾ ਮੈਨੇਜਰ ਲੱਗਾ ਹੋਵੇ ਤੇ ਉਹ ਜਿੱਥਾ ਮਰਜ਼ੀ ਸਟਾਫ ਦੇ ਨਾਲ, ਹੁਣ ਤਾਂ ਪਤਾ ਹੀ ਆ ਕਿ ਸਭ ਨੂੰ ਕਿ ਨੈਟਾਂ ਤੇ ਇਹ ਥੋੜੇ ਦਿਨਾਂ 'ਚ ਬੈਂਕ ਮੈਨੇਜਰ ਦੇ ਸਟਾਫ ਕਿੰਨੇ ਇਹ ਖੁਲਾਸੇ ਹੋ ਰਹੇ ਆ, ਇਹ ਕਿੰਨੇ ਘਪਲੇ ਕਰਦੇ ਪਏ ਆ। ਏਦਾਂ ਇਹਨਾਂ ਨੇ ਮੇਰੀ ਮਦਰ ਦਾ 1 ਰੁਪਿਆ ਵੀ ਨਿਕਾਲਣ ਦੇ ਵਿੱਚ ਸਿਗਨੇਚਰ ਨਹੀਂ ਹੈਗੇ, ਕਿਉਂਕਿ ਜਦੋਂ ਫਿਰ ਇਹਨਾਂ ਨੇ ਉਹ ਪਹਿਲਾਂ ਐਗਰੀਮੈਂਟ ਬਣਾ ਕੇ ਇਹ ਕੀ ਕਰਦੇ ਆ ਵੀਰ, ਇਹ ਕਿਉਂਕਿ ਵਕੀਲ ਸੀ, ਇਹ ਬੜੀ ਸਮਾਰਟਲੀ ਢੰਗ ਦੇ ਨਾਲ ਇਹਨਾਂ ਨੇ ਗੇਮ ਚਲਾਈ। ਜੇ ਮੰਨ ਲਓ ਅਸੀਂ ਐਗਰੀਮੈਂਟ ਕੀਤਾ ਸੀ, ਅਸੀਂ, ਇਹਨਾਂ ਦਾ ਕੰਮ ਸੀ ਪੁਲਿਸ ਨੂੰ ਕੰਪਲੇਂਟ ਕਰਦੇ, ਇਨਕੁਆਇਰੀ ਕਰਨ ਦੀ ਲੋੜ ਵੀ ਨਹੀਂ ਸੀ, ਸਿੱਧਾ 420 ਦਾ ਪਰਚਾ ਦਰਜ ਹੁੰਦਾ। ਪਰ ਜੇ ਪੁਲਿਸ ਕੋ ਜਾਂਦੇ, ਇਹਨਾਂ ਨੂੰ ਜ਼ਮੀਨ ਨਹੀਂ ਸੀ ਮਿਲਣੀ। ਇਹਨਾਂ ਨੇ ਕੋਰਟ ਕੇਸ ਕਰ ਦਿੱਤਾ ਕਿ ਇਹ ਵਕੀਲ ਸੀਗੇ ਕਿ ਅਸੀਂ ਕੋਰਟ ਦੇ ਜ਼ਰੀਏ ਅਸੀਂ ਬਿਆਨਾ ਕੀਤਾ ਆ, ਮੈਡਮ ਰਜਿਸਟਰੀ ਕਰਾਉਣ ਤੋਂ ਡਿਨਾਈ ਕਰਦੇ ਆ। ਪੈਸੇ ਜਿਹੜਾ ਅਕਾਊਂਟ ਖਲਾਇਆ ਸੀ ਉਹ ਚ ਪਾਤੇ ਸੀ ਉਹ ਚ ਇਹਨਾਂ ਨੇ ਡਰਾਫਟ ਜਿਹੜਾ ਪਾ ਕੇ ਨਾ, ਉਹ ਇਹ ਡਿਪੋਜ਼ਿਟ ਕਰਾਉਂਦੇ ਰਹੇ ਆ। ਪਰ ਸ਼ਰਨਜੀਤ ਕੌਰ ਮੇਰੇ ਮਦਰ ਦੇ ਕਿਤੇ ਵੀ ਸਿਗਨੇਚਰ ਨਹੀਂ ਹੈਗੇ। ਇਸੇ ਕਰਕੇ ਹੁਣ ਇਹਨਾਂ ਨੇ ਅਪੀਲ ਕੀਤੀ, ਵਾਪਸ ਕਰਕੇ ਲਿੱਤੀ ਆ। ਤੇ ਉਹ ਕੱਲ ਇਦਾਂ ਹੋਈ ਸੀ, ਇਹਨਾਂ ਨੇ ਕੋਰਟ ਕੇਸ ਕਰਤਾ। ਫਿਰ ਵੀਰ ਇੱਥੋਂ ਸਿਸਟਮ ਇਦਾਂ ਦਾ ਆ, ਤੁਸੀਂ ਸੱਚੇ ਆ ਚਾਹੇ ਝੂਠੇ ਆ, ਤੁਹਾਨੂੰ ਕੋਰਟ ਨੇ ਨੋਟਿਸ ਕਰਨਾ ਆ। ਨੋਟਿਸ ਕਰਕੇ ਕਹਿਣਾ ਜੀ ਤੁਸੀਂ ਸੱਚੇ ਆ ਚਾਹੇ ਝੂਠੇ, ਤੁਹਾਨੂੰ ਆਣਾ ਪੈਣਾ। ਜੇ ਤੁਸੀਂ ਕੋਰਟ 'ਚ ਜਾਓ, ਫਿਰ ਉਹਦਾ ਹੱਲ ਕੀ, ਤੁਹਾਨੂੰ ਐਡਵੋਕੇਟ ਕਰਨਾ ਪੈਣਾ ਆ। ਐਡਵੋਕੇਟ ਦੇ ਬਾਹਰ ਨਹੀਂ ਜਾਂਦੇ, ਐਡਵੋਕੇਟ ਦੇ ਹਿਸਾਬ ਨਾਲ ਚੱਲਦੇ। ਈਵਨ ਜਿਹੜੀਆਂ ਕੋਰਟਾਂ ਵੀ ਆ ਨਾ ਜੀ, ਕਿਉਂਕਿ ਮੈਂ ਦਸੰਬਰ 'ਚ ਮੇਰੇ 16 ਸਾਲ ਪੂਰੇ ਹੋ ਜਾਣੇ ਆ। ਜਦੋਂ ਮੈਂ ਇੱਥੇ ਸਾਰਾ ਸਿਸਟਮ ਦੇਖਿਆ, ਕੋਈ ਜੱਜ ਵਕੀਲ ਨੂੰ ਕੁਝ ਵੀ ਕਹਿ ਦਿੰਦੇ ਨਾ, ਵਕੀਲ ਸਾਰੇ ਇਕੱਠੇ ਹੋ ਕੇ ਕੋਰਟ ਦਾ ਵਰਕ ਸਸਪੈਂਡ ਕਰ ਦਿੰਦੇ ਆ। ਉਹ ਈਵਨ ਸਟ੍ਰਾਈਕ ਕਰ ਦਿੰਦੇ ਆ, ਅਸੀਂ ਇਸ ਕੋਰਟ ਦੇ ਵਿੱਚ ਜਾਣਾ ਹੀ ਨਹੀਂ ਕੇਸ ਸਟੈਂਡ ਕਰਨ ਨੂੰ। ਕੋਈ ਜੱਜ ਦੀ ਮਜ਼ਾਲ ਨਹੀਂ ਆ ਕਿ ਵਕੀਲਾਂ ਨੂੰ ਕੁਝ ਕਹਿ ਜਾਵੇ। ਆ ਥੋੜਾ ਕੁ ਚਿਰ ਪਹਿਲਾਂ ਇਹਨਾਂ ਨੇ ਆ ਜਿਹੜਾ ਪ੍ਰੈਜ਼ੈਂਟ ਇੱਥੇ ਚੀਫ ਜਸਟਿਸ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਉਹਨਾਂ ਦੇ ਚੀਫ ਜਸਟਿਸ ਨੂੰ ਬਦਲਣ ਵਾਸਤੇ ਸਾਰੇ ਐਡਵੋਕੇਟਸ ਨੇ ਕਹਿਤਾ ਸੀ ਕਿ ਇਹ ਸਾਡੇ ਹਿਸਾਬ ਨਾਲ ਨਹੀਂ ਚੱਲਦੇ। ਤੇ ਜਿਹੜਾ ਕੋਰਟਾਂ ਖੋਲਣ ਵਾਸਤੇ ਤਾਂ ਕਹਿੰਦੇ ਸੀ ਕਿ ਇਹਨਾਂ ਨੂੰ ਇੱਥੋਂ ਟ੍ਰਾਂਸਫਰ ਕੀਤੀ ਜਾਵੇ, ਕਿ ਆਪਣੇ ਹਿਸਾਬ ਨਾਲ ਇਹ ਚਲਾਉਂਦੇ ਆ। ਉਹਨਾਂ ਨੂੰ ਵਕੀਲਾਂ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਆ। ਤੇ ਫਿਰ ਇਹਨਾਂ ਨੇ ਕੋਰਟ ਕੇਸ ਕਰਤਾ। ਜਦੋਂ ਫਿਰ ਮੈਂ ਕੇਸ ਅਟੈਂਡ ਕਰਨ ਗਈ, ਕਹਿੰਦਾ ਜੀ ਤੁਹਾਨੂੰ ਐਡਵੋਕੇਟ ਕਰਨਾ ਪੈਣਾ। ਜਿਹੜਾ ਫਿਰ ਮੈਂ ਐਡਵੋਕੇਟ ਕੀਤਾ, ਇਹ ਤੇ ਐਡਵੋਕੇਟ ਇਹਨਾਂ ਨੇ ਕਹਿ ਕੇ ਐਡਵੋਕੇਟ ਕੋ ਇਹ ਲਿਖਾ ਲਿਆ ਕਿ ਅਸੀਂ ਐਗਰੀਮੈਂਟ ਕੀਤਾ ਆ। ਅੱਛਾ,
ਜਦ ਕਿ ਵੀਰ ਅੱਛਾ, ਅਣਜਾਣ ਵਕੀਲ ਤੁਹਾਨੂੰ ਲਿਖ ਕੇ ਤੁਹਾਡੇ ਵੱਲੋਂ ਬਿਆਨ ਦੇ ਰਿਹਾ। ਕਿਉਂਕਿ ਇੱਥੇ ਵੀ ਇਹ ਆ ਕੋਰਟ ਦਾ ਇੱਥੇ ਸਿਸਟਮ ਇਦਾਂ, ਜੋ ਤੁਹਾਡੇ ਵਕੀਲ ਨੇ ਕੋਰਟ 'ਚ ਕਹਿ ਦਿੱਤਾ ਉਹ ਸਮਝੋ ਤੁਸੀਂ ਕਿਹਾ ਆ। ਤੇ ਇਹਨਾਂ ਨੇ ਜਦੋਂ ਫਿਰ ਮੈਨੂੰ, ਮੈਂ ਆਪਣੀ ਮਦਰ ਤੋਂ ਅਟਾਰਨੀ ਲੈ ਕੇ ਤੇ ਜਦੋਂ ਮੈਂ ਕੇਸ ਅਟੈਂਡ ਕਰਨ ਲੱਗੀ, ਜਦੋਂ ਫਿਰ ਮੈਂ ਕਿਹਾ ਤੇ ਫਿਰ ਮੈਂ, ਉਹ ਵਕੀਲ ਦਾ ਨਾਮ ਹੈਗਾ ਹਰਮਿੰਦਰ ਸਿਆਲ, ਫਗਵਾੜੇ ਵੀਰ, ਉਹਦੇ ਬੱਸ ਸਟੈਂਡ ਦੇ ਕੋਲ ਉਹਦਾ ਆਫਿਸ ਆ। ਘਰ ਉਹਦਾ ਹੈਗਾ ਸੀ ਸ਼ੂਗਰ ਮਿਲ ਤੋਂ ਅੱਗੇ ਜਾ ਕੇ ਉਹਦੇ ਸਾਹਮਣੇ। ਤੇ ਪਰ ਹੁਣ ਉਸੇ ਬੱਸ ਸਟੈਂਡ ਦੇ ਕੋਲ ਹੀ ਉਹਨੇ ਹੁਣ ਘਰ ਰਿਹਾਇਸ਼ ਲੈ ਜਾਂਦੀ ਆ। ਵੀਰ ਹਰਮਿੰਦਰ ਸਿਆਲ ਨੇ ਉਹ ਵਕੀਲ ਕੀਤਾ, ਇਹਨਾਂ ਨੇ ਉਹਨਾਂ ਨੂੰ ਕਹਿ ਕੇ ਨਾ ਇਹ ਲਿਖਾਤਾ। ਜਦੋਂ ਮੈਂ ਉਹਨੂੰ ਪੁੱਛਿਆ ਕਿ ਤੂੰ ਆ ਸਾਡੇ ਨਾਲ ਚੀਟਿੰਗ ਕਿਉਂ ਕੀਤੀ ਆ, ਕਿ ਐਗਰੀਮੈਂਟ ਦੇਖ ਕੇ ਹੀ ਪਤਾ ਲੱਗਦਾ। ਕਿਉਂ ਵੀਰ, ਜਦੋਂ ਡੇਟ ਐਕਸਟੈਂਡ ਕੀਤੀ ਗਈ ਆ, ਕਹਿੰਦੇ ਮੰਨ ਲਓ ਗਵਾਹਾਂ ਨੂੰ ਆਪਾਂ ਛੱਡ ਦਈਏ, ਐਗਰੀਮੈਂਟ ਕਰਨ ਵਾਲੇ, ਵੇਚਣ ਵਾਲੇ ਤੇ ਖਰੀਦਣ ਵਾਲੇ ਦੋਨਾਂ ਦੇ ਸਿਗਨੇਚਰ ਹੋਣੇ ਜ਼ਰੂਰੀ ਆ। ਪਰ ਵੀਰ ਇਹ ਜਗਮੋਹਨ ਸਿੰਘ ਦੇ ਵਿੱਚ ਉਹਦੇ ਸਿਗਨੇਚਰ ਹੈ ਨਹੀਂ। ਠੀਕ ਆ ਜੀ। ਫਿਰ ਜਿਹੜੀ ਅਮਾਉਂਟ ਲਿਖੀ 8 ਲੱਖ ਨੂੰ ਲਿਖਿਆ, ਕੁੱਲ ਰਕਮ 10 ਲੱਖ ਰੁਪਈਆ। ਤੇ ਜਦੋਂ ਮੈਂ ਕਿਹਾ ਜੀ ਹਾਂਜੀ, ਕਹਿੰਦੇ ਅਸੀਂ ਤੁਹਾਨੂੰ ਜਲੰਧਰ ਤੋਂ ਲਿਆ ਕੇ ਫਿਲੌਰ ਕਚਹਿਰੀ ਕੈਸ਼ ਦਿੱਤਾ ਸੀ, ਪਰ ਸਾਡੇ ਤੋਂ ਲਿਖਣ ਤੋਂ ਰਹਿ ਗਿਆ। ਅਰਜੀ ਨਿਵੇਸ਼ ਨੂੰ ਪੁੱਛਿਆ ਜਿਹਨੇ ਡੇਟ ਐਕਸਟੈਂਡ ਕੀਤੀ ਸੀ, ਅਸੀਂ ਕਿਹਾ ਪਹਿਲਾਂ ਵੀਰ ਇਹ ਐਗਰੀਮੈਂਟ ਦਾ ਪੇਪਰ ਤਿਆਰ ਕੀਤਾ ਬੇਦੀ, ਸਾਡੇ ਫਲੋਰ ਅਰਜੀ ਨਿਵੇਸ਼ਾ ਬੇਦੀ ਇੱਕ ਗੁਲਸ਼ਨ ਹੋਣੀ। ਵੀਰ ਉਹਨੂੰ ਪੁੱਛਿਆ ਕਿ ਦੱਸ ਰਜਿਸਟਰ ਦੱਸ ਕਿ ਕਿਹੜੇ, ਜਦੋਂ ਬਿਆਨਾ ਆਪਾਂ ਕਿਸੇ ਨਾਲ ਕਰਦੇ ਆ ਰਜਿਸਟਰ 'ਚ ਬਕਾਇਦਾ ਅਰਜੀ ਨਿਵੇਸ਼ ਦੇ ਸਿਗਨੇਚਰ ਹੁੰਦੇ ਆ। ਉਹ ਕਹਿੰਦਾ ਅਸੀਂ ਜਲੰਧਰ ਕਿਸੇ ਕੇਸ ਦੇ ਸਬੰਧ 'ਚ ਗਏ ਸੀਗੇ, ਤੁਹਾਡੇ ਜਦੋਂ ਵਾਪਸ ਆਉਂਦੇ ਸੀ ਗੁਰਾਇਆਂ ਦੇ ਕੋਲ ਤੁਹਾਡੇ ਵਾਲੇ ਕੇਸ ਦਾ ਰਜਿਸਟਰ ਡਿੱਗ ਕੇ ਗੁੰਮ ਹੋ ਗਿਆ, ਦੂਸਰਾ ਬਚ ਗਿਆ। ਅਸੀਂ ਇਸ ਸੰਬੰਧੀ ਗੁਰਾਇਆਂ ਥਾਣੇ ਕੰਪਲੇਂਟ ਦਿੱਤੀ ਆ ਤੇ ਉਹ ਮੈਨੂੰ ਇੱਕ ਜਾਲੀ ਪੇਪਰ ਦੇ ਦਿੱਤਾ, ਹੈਨਾ ਜੀ। ਉਹ ਮੈਨੂੰ ਪੇਪਰ ਦੇ ਦਿੱਤਾ ਤੇ ਜਦੋਂ ਫਿਰ ਮੈਂ ਜਦੋਂ ਮੈਂ ਇਨਕੁਆਇਰੀ ਕਰਵਾਈ, ਆ ਗੁਰਾਇਆਂ ਥਾਣੇ ਦੇ ਮੁੰਸ਼ੀ ਨਰਿੰਦਰ ਰੱਲ, ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਜਿਹੜਾ ਤੁਸੀਂ ਪੇਪਰ ਮੈਨੂੰ ਸਾਨੂੰ ਦਿਖਾ ਰਹੇ ਆ ਉਹ ਸਾਡੇ ਰੋਜ਼ਨਾਮੇ ਦੇ ਨਾਲ ਮੇਲ ਹੀ ਨਹੀਂ ਖਾਂਦਾ। ਅੱਛਾ, ਉਹਨਾਂ ਨੇ ਜਾਲੀ ਪੇਪਰ, ਮੁੰਸ਼ੀ ਦਾ ਨਰਿੰਦਰ ਰੱਲ, ਗੁਰਾਇਆਂ ਦੇ ਮੁੰਸ਼ੀ ਦਾ, ਹੈਨਾ ਜੀ। ਤੇ ਇਹ ਉਹਦੀ ਇਹ ਸਟੇਟਮੈਂਟ। ਤੇ ਫਿਰ ਜਦੋਂ ਗੁਲਸ਼ਨ ਨੂੰ ਪੁੱਛਿਆ ਕਿ ਦੱਸ, ਕਹਿੰਦੇ ਆ ਕਿ ਅਸੀਂ ਤੁਹਾਨੂੰ ਕੈਸ਼ ਦਿੱਤਾ ਸੀ। ਕਹਿੰਦਾ ਜੀ ਇਹਨਾਂ ਨੇ ਕੈਸ਼ ਤੁਹਾਨੂੰ ਦਿੱਤਾ ਸੀ ਪਰ ਮੇਰੇ ਤੋਂ ਲਿਖਣ ਤੋਂ ਰਹਿ ਗਏ ਆ। ਜਦੋਂ ਵਕੀਲਾਂ ਨੂੰ ਪੁੱਛਿਆ, ਕਹਿੰਦਾ ਜੀ ਸਾਡੇ ਤੋਂ ਲਿਖਾਣ ਤੋਂ ਰਹਿ ਗਏ ਆ। ਠੀਕ ਆ ਜੀ। ਇਹ ਸਾਰੀ ਇਹਨਾਂ ਦੀ ਸਟੋਰੀ, ਸਿਰਫ ਇਹਨਾਂ ਦਾ ਪਰਪਸ ਸੀ ਕਿ ਮੇਰਾ ਫਾਦਰ ਇਹ ਐਮਐਲਏ ਆ ਸਾਧੂ ਸਿੰਘ, ਇਹ ਐਮਐਲਏ ਆ, ਅਸੀਂ ਐਡਵੋਕੇਟ ਆ। ਔਰ ਇਹਦਾ ਜਿਹੜਾ ਇਹ ਐਡਵੋਕੇਟ ਆ ਅਮਰਿੰਦਰ ਥਿੰਦ, ਇਹਦੀ ਸਕੀ ਭੈਣ ਵੀਰ ਅੰਮ੍ਰਿਤਸਰ ਵਿਆਹੀ ਆ ਡਿਸਟ੍ਰਿਕਟ ਅਟਾਰਨੀ ਚੰਦੀ ਦੇ ਲੜਕੇ ਦੇ ਨਾਲ। ਉਹਦਾ ਨਾਮ ਹੈਗਾ ਅਮਨ ਚੰਦੀ, ਬਹੁਤ ਵੱਡਾ ਉਹਦਾ ਹੋਟਲ ਆ। ਔਰ ਇਹਦਾ ਅਨਿਲ ਜੋਸ਼ੀ ਦੇ ਨਾਲ, ਜਿੱਥੇ ਵੀ ਤੁਸੀਂ, ਹਾਂਜੀ ਜਿੱਥੇ ਵੀ ਤੁਸੀਂ ਦੇਖੋਗੇ ਉਹਦੇ ਨਾਲ, ਪਹਿਲਾਂ ਬੀਜੇਪੀ ਸੀ, ਹੁਣ ਉਹ ਅਕਾਲੀਆਂ 'ਚ ਆ ਗਏ ਆ ਦੋਨੇ ਜਣੇ। ਵਿੱਚ ਹੀ ਇਹ ਅਨਿਲ ਜੋਸ਼ੀ ਤੇ ਵਿੱਚ ਹੀ ਇਹ ਆ ਗਿਆ ਅਮਨ ਚੰਦੀ, ਇਹ ਆ ਗਏ ਇਹਨਾਂ ਦੇ। ਉਹ ਕਿਉਂਕਿ ਪਹਿਲਾਂ ਅਨਿਲ ਜੋਸ਼ੀ ਦੇ ਕੋਲ 16 ਸਿਕਿਉਰਿਟੀ ਦੇ ਵੀ ਪੁਲਿਸ ਵਾਲੇ ਹੁੰਦੇ ਸੀ। ਤੇ ਤੁਸੀਂ ਦੱਸੋ, ਇਹ ਸਾਰਾ ਗਰੁੱਪ ਇੱਕ ਤੇ ਮੈਂ ਕੱਲੀ ਇੱਕ, ਮੈਂ ਕਿੱਦਾਂ ਦੇਖੋ। ਔਰ ਇਹ ਜਿਹੜਾ ਜੇ ਵਕੀਲ ਹੈਗਾ ਆ ਅਮਰਿੰਦਰ ਥਿੰਦ, ਆ ਜਲੰਧਰ ਦੇ ਤੁਸੀਂ ਦੇਖੋ ਹਾਈ ਕੋਰਟ ਦੇ ਜੱਜ ਤੇ ਜਲੰਧਰ ਦੇ ਜੱਜਾਂ ਨਾਲ ਬੈਠ ਕੇ ਆਰਡਰ ਲੋਕਾਂ ਦੇ ਲੋਕ ਅਦਾਲਤ ਦੇ ਫੈਸਲੇ ਕਰਦਾ ਆ ਇਹ। ਤੇ ਫਿਰ ਤੁਸੀਂ ਦੱਸੋ, ਜਿਸ ਕੋਰਟਾਂ 'ਚ ਮੈਨੂੰ ਇਹ ਸੱਦਦੇ ਰਹੇ ਆ, ਹਨਾ, ਫਿਰ ਉਹ ਜੱਜ ਕਿੱਦਾਂ ਇਹਨਾਂ ਦੇ ਹਿਸਾਬ ਨਾਲ ਚੱਲਦੇ ਹੋਣਗੇ, ਹਨਾ ਜੀ। ਇਹ ਸਾਰੇ ਚੱਲਦੇ ਆ ਨਾਲ, ਜੱਜਾਂ ਦੇ ਹਾਈ ਕੋਰਟ ਦੇ ਜੱਜ ਵੀ ਬੈਠੇ ਆ ਤੇ ਨਾਲ ਇਹ ਆਪ ਬੈਠਾ ਆ ਵੀਰ। ਚਲੋ ਇਹਨਾਂ ਨੇ ਫਿਰ ਜਦੋਂ ਮੈਂ ਕਿਹਾ ਕਿ ਤੂੰ, ਮੇਰਾ ਆਪਣੇ ਵਕੀਲ ਨੂੰ ਪੁੱਛਿਆ ਕਿ ਤੂੰ ਸਾਡੇ ਨਾਲ ਧੋਖਾ ਕਿਉਂ ਕੀਤਾ, ਕਿਉਂਕਿ ਜ਼ਮੀਨ ਸਾਡੀ ਜਾਣੀ ਆ, ਤੇਰੀ ਤਾਂ ਜਾਣੀ ਨਹੀਂ। ਕਹਿੰਦਾ ਜੀ ਮੈਂ ਵਕੀਲ ਸੀ, ਮੈਂ ਜੋ ਲਿਖਣਾ ਲਿਖਤਾ, ਤੁਸੀਂ ਜੋ ਕਰਨਾ ਕਰ ਲਓ। ਮੈਂ ਕਿਹਾ ਠੀਕ ਆ, ਇਸ ਰਿਕਾਰਡਿੰਗ ਮੈਂ ਤੇਰੀ ਬਾਰ 'ਚ, ਚੰਡੀਗੜ੍ਹ ਬਾਰ 'ਚ ਕੰਪਲੇਂਟ ਕਰੂੰਗੀ, ਨਾਲੇ ਪੁਲਿਸ ਕੰਪਲੇਂਟ ਕਰੂੰਗੀ। ਵੀਰ ਮੈਂ ਇੰਨੀ ਗੱਲ ਕਰਕੇ ਜਦੋਂ ਮੈਂ ਆਈ ਆ, ਇਹਨਾਂ ਨੇ ਕਿਹਾ, ਜਦ ਦੇਖਿਆ ਵਕੀਲਾਂ ਨੇ ਕਿ ਇਹਨਾਂ ਨੇ ਤਾਂ ਸਾਰਿਆਂ ਨੂੰ ਸਾਡੀ ਚੀਟਿੰਗ ਦਾ ਪਤਾ ਲੱਗ ਜਾਣਾ ਆ। ਵੀਰ ਇਹਨਾਂ ਨੇ ਫਿਲੌਰ, ਜਲੰਧਰ, ਫਗਵਾੜਾ, ਕਪੂਰਥਲਾ ਦੇ ਸਾਰੇ ਵਕੀਲ ਇਕੱਠੇ ਕਰਕੇ ਕਹਿੰਦੇ ਮੈਡਮ ਆਪਣੀ ਹੋਂਡਾ ਸਿਟੀ ਗੱਡੀ PB 37 E 3100, ਕਹਿੰਦੇ ਬੈਕ ਸਕਰੀਨ ਤੇ ਢਿੱਲੋਂ ਲਿਖਿਆ ਆ, ਵਾਈਟ ਕਲਰ ਆ, ਇਹ ਹੋਂਡਾ ਸਿਟੀ ਕਾਰ 'ਚ ਆਈ ਆ, 4 ਜਣਿਆਂ ਨੂੰ ਕੱਲੀ ਨੇ ਕੁੱਟ ਮਾਰ ਦਿੱਤਾ। ਅੱਛਾ, ਹਾਂਜੀ, ਕੁੱਟਣ, ਕਿਉਂਕਿ ਵੀਰ ਕੁੱਟਿਆ ਤੁਸੀਂ ਕਿਵੇਂ, ਕੋਈ ਡਾਂਗ ਸੁੱਟਾ ਹੈ ਤੁਹਾਡੇ ਹੱਥ? ਨਹੀਂ ਵੀਰ, ਨਾ ਮੇਰੇ ਤੋਂ ਕੋਈ ਵੈਪਨ, ਇਹਨਾਂ ਨੇ ਰਿਟਨ ਦੇ ਵਿੱਚ ਮੈਂਸ਼ਨ, ਨਾ ਮੇਰੇ ਤੋਂ ਕੋਈ ਵੈਪਨ,
ਵੀਰ ਨਾ ਮੇਰੇ ਨਾਲ ਕੋਈ ਲੇਡੀਜ਼ ਨਾ ਮੇਰੇ ਨਾਲ ਕੋਈ ਜੈਂਟਸ, ਮੇਰੇ ਤੇ ਕੱਲੀ ਤੇ ਐਲੀਗੇਸ਼ਨ ਇਹ ਲਗਾਤਾ, ਗਰਮ ਚਾਹ ਦਾ ਭਰਿਆ ਕੱਪ ਮੇਰੇ ਤੇ ਫੈਂਕ ਦਿੱਤਾ। ਇਹ ਵਕੀਲਾਂ ਦੇ ਵੀਰ ਕੰਮ ਦੱਸਦੀ ਆ ਕਿ ਗਰਮ ਚਾਹ ਦਾ ਭਰਿਆ ਕੱਪ ਫੈਂਕਾ, ਮੇਰੀ ਚੈਸਟ ਜਲ ਗਈ, ਮੇਰੇ ਸ਼ੋਲਡਰ ਜਲ ਗਏ। ਵੀਰ ਕਹਿੰਦੇ 7:30 ਵਜੇ 7:15 ਵਜੇ ਦਾ ਵਾਕਿਆ ਇਹ ਵੀਰ ਵਾਕਿਆ ਹੋਇਆ ਕਹਿੰਦੇ ਆ 10/5 ਨੂੰ ਵਾਕਿਆ ਹੋਇਆ, 10/5/2008 ਨੂੰ। ਔਰ FIR ਵੀ ਜਿਹੜੀ ਰਜਿਸਟਰ ਕਰਕੇ ਹੋਈ ਆ 11/5/2008, ਅਗਲੇ ਦਿਨ FIR ਹੋਈ ਵੀਰ। FIR ਦੇ ਵਿੱਚ ਸਿਟੀ ਥਾਣਾ ਫਗਵਾੜਾ, ਠੀਕ ਆ ਜੀ ਵੀਰ, ਇਹ ਕਪੂਰਥਲੇ ਦੇ ਅੰਡਰ ਆਉਂਦਾ ਆ, ਪਰ ਇਹ IG ਜਲੰਧਰ ਦੇ ਅੰਡਰ ਆ। ਔਰ ਜਿਹੜਾ DGP ਪੰਜਾਬ ਉਹ ਵੀ ਇੱਕ ਆ ਜੀ, ਉਹਦੇ ਅੰਡਰ ਤਾਂ ਸਾਰਾ ਪੰਜਾਬ ਆਉਂਦਾ ਆ ਵੀਰ। ਇਹਨਾਂ ਦੇ ਵਿੱਚ FIR ਦੇ ਵਿੱਚ ਇਹ ਮੈਂਸ਼ਨ ਕਰ ਦਿੱਤਾ ਕਿ ਸਾਡਾ ਡਰਾਈਵਰ ਰਮੇਸ਼ ਕੁਮਾਰ, ਉਹਨੇ ਦੱਸਿਆ ਕਿ ਇਹ ਇਸ ਗੱਡੀ ਦੇ ਵਿੱਚ ਇਹ ਮੈਡਮ RC ਨੰਬਰ ਇੱਥੇ ਆਈ ਸੀ, ਮੇਰੇ ਸਾਹਮਣੇ ਹਮਲਾ ਕੀਤਾ। ਡਰਾਈਵਰ ਗਵਾਹੀ ਦੇ ਰਿਹਾ, ਹਾਂਜੀ। ਇਹਨਾਂ ਨੇ ਵਕੀਲਾਂ ਨੇ ਆਪ FIR ਦੇ ਵਿੱਚ ਲਿਖਿਆ ਕਿ ਡਰਾਈਵਰ ਕਹਿ ਰਿਹਾ ਸਾਡਾ ਰਮੇਸ਼ ਕੁਮਾਰ ਕਿ ਮੇਰੇ ਸਾਹਮਣੇ ਮੈਡਮ ਨੇ ਹਮਲਾ ਕੀਤਾ, ਗਾਲੀ ਗਲੋਚ ਧਮਕੀਆਂ ਦੇ ਕੇ ਗਈ ਆ, ਠੀਕ ਆ ਜੀ। ਔਰ ਖੁਦ ਹਰਮਿੰਦਰ ਸਿਆਲ ਕਹਿੰਦਾ ਜਦੋਂ ਮੈਡਮ ਨੇ ਹਮਲਾ ਕੀਤਾ ਅਸੀਂ 4 ਜਣੇ ਦਫ਼ਤਰ 'ਚ ਮੌਜੂਦ ਸੀ, ਮੈਂ, ਮੇਰਾ ਡਰਾਈਵਰ ਰਮੇਸ਼ ਕੁਮਾਰ, ਮੇਰਾ ਸਕਾ ਤਾਇਆ ਜੋ ਇਹਨੇ ਆਫਿਸ 'ਚ ਆਪਣੇ ਪੀਅਨ ਰੱਖਿਆ ਹੋਇਆ ਸੀ, ਹਰਮਿੰਦਰ ਸਿਆਲ ਨੇ ਸਕੇ ਤਾਏ ਨੂੰ, ਇੱਕ ਸਟੈਨੋ, ਇਹ ਅਸੀਂ 4 ਜਣੇ ਮੌਜੂਦ ਸੀ। ਤੇ ਜਿਹੜਾ ਸਟੈਨੋ ਤਾਇਆ ਕਹਿੰਦਾ ਆ ਕਹਿੰਦਾ ਜਦੋਂ ਮੈਡਮ ਨੇ ਹਮਲਾ ਕੀਤਾ ਅਸੀਂ 3 ਜਣੇ ਸੀ, ਵਕੀਲ, ਮੈਂ ਤੇ ਸਟੈਨੋ। ਸਟੈਨੋ ਵੀ ਕਹਿੰਦਾ ਅਸੀਂ 3 ਜਣੇ ਸੀ, ਜਿੱਤੇ ਹਮਲਾ ਹੋਇਆ ਉਹ ਕਹਿੰਦਾ ਅਸੀਂ 4 ਜਣੇ ਸੀ, ਠੀਕ ਆ ਜੀ। ਜਿਹੜਾ ਰਮੇਸ਼ ਕੁਮਾਰ ਦੇ ਸਟੇਟਮੈਂਟ ਜਦੋਂ ਫਿਰ ਹੋਈ ਵੀਰ, ਇਨਕੁਆਰੀ ਲੱਗੀ, ਉਹ ਕਹਿੰਦਾ ਆ ਜੀ ਕਦੋਂ ਮੈਡਮ ਆਏ ਕਦੋਂ ਗਏ ਮੈਂ ਕੁਛ ਨਹੀਂ ਦੇਖਿਆ, ਜਦਕਿ ਵਕੀਲ ਕਹਿੰਦੇ ਆ ਵੀ ਡਰਾਈਵਰ ਨਾਲ ਸੀ। ਹਾਂਜੀ, ਡਰਾਈਵਰ ਨੇ ਨਹੀਂ ਨਾਲ ਨਹੀਂ ਸੀ, ਡਰਾਈਵਰ ਨੇ ਸਾਨੂੰ ਦੱਸਿਆ, ਸਾਡੇ ਡਰਾਈਵਰ ਨੇ ਦੱਸਿਆ ਕਿ ਮੈਡਮ ਆ ਗੱਡੀ 'ਚ ਆਈ ਸੀ ਤੇ ਇਦਾਂ ਮੈਡਮ ਧਮਕੀਆਂ ਦੇ ਕੇ ਗਈ ਆ ਤੇ ਇਦਾਂ ਗਾਲੀ ਗਲੋਚ ਕਰਕੇ ਜਾਂਦੀ ਗਈ ਹੈ। ਜਦ ਕਿ ਡਰਾਈਵਰ ਉਹਨਾਂ ਦਾ, ਮੇਰੇ ਡਰਾਈਵਰ ਨੇ ਤਾਂ ਮੇਰੇ ਫੇਵਰ 'ਚ ਗਵਾਹੀ ਦੇਣੀ ਸੀ, ਮੰਨ ਲਓ, ਕਿਉਂਕਿ ਮੇਰੀ ਗੱਡੀ ਦਾ ਡਰਾਈਵਰ ਸੀ। ਪਰ ਉਹਨਾਂ ਵਕੀਲਾਂ ਦਾ ਡਰਾਈਵਰ ਨੇ ਸਟੇਟਮੈਂਟ ਦੇ ਦਿੱਤੀ ਮੈਡਮ ਕਦੋਂ ਆਏ ਕਦੋਂ ਗਏ ਮੈਂ ਕੁਛ ਨਹੀਂ ਦੇਖਿਆ, ਵਕੀਲਾਂ ਦੇ ਡਰਾਈਵਰ ਨੇ। ਵੀਰ ਇਹਨਾਂ ਨੇ ਕੀ ਕੀਤਾ, FIR ਦਰਜ ਕਰਾ ਕੇ ਅੰਡਰ ਸੈਕਸ਼ਨ 452 427 323 506 294 ਇਹ ਸਾਰੀਆਂ ਅੰਡਰ ਸੈਕਸ਼ਨ ਮੈਂ ਤੇ ਕੱਲੀ ਤੇ ਲਗਾਤੀਆਂ। ਤੁਸੀਂ ਵੀਰ ਕਿਸੇ ਨੂੰ ਵੀ, ਸਾਰਿਆਂ ਨੂੰ ਪਤਾ ਆ ਵਕੀਲ ਦੇ ਆਫਿਸ ਦੇ ਵਿੱਚ ਤੇ ਡਾਕਟਰ ਦੇ ਆਫਿਸ ਦੇ ਵਿੱਚ ਜਾਣ ਤੇ 452 ਬੰਦੀ ਨਹੀਂ ਆ, ਕਿਉਂਕਿ ਉਹ ਪਬਲਿਕ ਪਲੇਸ ਆ। ਵਕੀਲ ਨੇ ਕਿਹਾ ਮੇਰੇ ਆਫਿਸ ਦੇ ਵਿੱਚ ਆ ਕੇ ਹਮਲਾ ਕੀਤਾ, ਪਰ ਪੁਲਿਸ ਕਿੱਡੀ ਬੈਸਟ ਆ, ਉਹ ਕਹਿੰਦੇ ਨਹੀਂ ਮੈਡਮ ਨੇ ਉਹਦੇ ਘਰ ਜਾ ਕੇ ਹਮਲਾ ਕੀਤਾ ਹੈ। ਅੱਛਾ, ਪੁਲਿਸ ਨੇ ਸਟੈਪ ਅੱਗੇ ਚਲੇ ਗਏ। ਹਾਂਜੀ, ਉਹ ਕਹਿੰਦੇ ਕਿ ਉਹਦੇ ਘਰ ਜਾ ਕੇ FIR 'ਚ ਮੇਨ ਕੀ ਲਿਖਿਆ ਵੀ ਘਰ ਲਿਖਿਆ ਕਿ ਆਫਿਸ ਲਿਖਿਆ? ਨਹੀਂ, ਉਹ FIR ਦੇ ਵੀ ਉਹ ਪੁਲਿਸ ਨੇ ਕਿਹਾ ਆ ਮੈਡਮ ਨੇ ਘਰ ਜਾ ਕੇ ਹਮਲਾ ਕੀਤਾ, ਜਿੱਤੇ ਹਮਲਾ ਕਹਿੰਦੇ ਹੋਇਆ ਵਕੀਲ ਕਹਿੰਦੇ ਆ ਮੈਡਮ ਨੇ ਆਫਿਸ 'ਚ ਜਾ ਕੇ ਹਮਲਾ ਕੀਤਾ। ਡਰਾਈਵਰ ਕਹਿੰਦਾ ਮੈਂ ਕੁਝ ਦੇਖਿਆ ਨਹੀਂ ਆ, ਵਕੀਲ ਕਹਿੰਦਾ ਸਾਡੇ 4 ਜਣਿਆਂ ਤੇ ਅਸੀਂ 4 ਜਣੇ ਮੌਜੂਦ ਸੀ। ਤੇ ਪੁਲਿਸ ਅਸਲ 'ਚ ਤਾਂ ਕਰ ਰਹੀ ਨਾ, ਵਧੀਆ ਕੰਮ ਕਰ ਰਹੀ ਹੈ, ਵਕੀਲ ਨੂੰ ਗਾਈਡ ਕਰ ਰਹੀ ਨਾ ਵੀ ਪਬਲਿਕ ਪਲੇਸ ਤੇ ਦਾ 452 ਲੱਗਣੀ ਨਹੀਂ, ਘਰ ਦੇ ਵਿੱਚ ਲੱਗਣੀ ਜਾ। ਮੈਂ ਦੱਸਦੀ ਨਾ ਵੀਰ ਇਹਨਾਂ ਦੇ ਕੰਮ ਕੀ। ਫਿਰ ਇਹਨਾਂ ਨੇ ਮੈਡੀਕਲ ਜਦੋਂ ਕਰਵਾਇਆ 7:15 7:30 ਦਾ ਵਾਕਿਆ, ਮੈਡੀਕਲ ਕਰਾਣ ਗਏ 10:15 ਰਾਤ ਦੇ, ਜਦ ਕਿ ਉਹਨੇ ਇਹ ਨਹੀਂ ਕਿਹਾ ਮੇਰੀ ਲੱਤ ਟੁੱਟ ਗਈ ਮੇਰੀ ਬਾਂਹ ਤੋੜਤੀ ਸੀ, ਕੁਛ ਨਹੀਂ ਕਿਹਾ। ਜਦੋਂ ਬੰਦਾ ਸੜਦਾ ਤਾਂ ਵੈਸੇ ਬੜੀ ਜਲਨ ਹੁੰਦੀ, ਇਮੀਡੀਏਟਲੀ ਬੰਦਾ ਰਿਲੀਫ ਵਾਸਤੇ ਭੱਜਦਾ ਹੈ। ਤੇ ਵੀਰ ਕੀ ਪਤਾ ਕੀ ਗੱਲ ਹੋਊਗੀ। ਚਲੋ 10:15 ਚਲੇ ਗਏ, 10:15 ਚਲੇ ਗਏ ਵੀਰ, ਮੈਡੀਕਲ ਰਿਪੋਰਟ ਬਿਲਕੁਲ ਨੀਲੇ ਆ। ਮੈਡੀਕਲ ਰਿਪੋਰਟ ਕੋਈ ਜਲਨ ਦੇ ਨਿਸ਼ਾਨ ਹੋਣੇ ਚਾਹੀਦੇ ਆ ਵੀਰ, ਕੋਈ ਜਲਨ ਦੇ ਨਿਸ਼ਾਨ ਨਹੀਂ। ਪਰ ਦੇਖੋ ਜਦੋਂ ਇਨਕੁਆਰੀ ਲਗਾਈ, ਪਰ ਵੀਰ IG ਕਿੰਨੇ ਵੱਡੇ ਰੈਂਕ ਦੇ ਆ, SSP ਨੇ ਤਾਂ ਕਹਿਣਾ ਹੀ ਕਹਿਣਾ, IG DGP ਹੋਣੀ, ਸਾਰੇ ਕਹਿੰਦੇ ਜੋ ਅਸੀਂ FIR ਕੀਤੀ ਸਹੀ ਕੀਤੀ ਹੈ। ਇਹ ਕਿਵੇਂ ਤੁਹਾਨੂੰ ਪਤਾ ਲੱਗਾ ਵੀਰ? ਕਿਉਂਕਿ ਮੈਂ ਜਿਹੜੀ ਤੁਹਾਨੂੰ ਮੈਂ ਸਾਰੀਆਂ ਗੱਲਾਂ ਦੱਸੀਆਂ ਇਨਕੁਆਰੀਆਂ ਦੇ ਵਿੱਚ, ਉਹ ਕਹਿੰਦੇ ਜੋ ਅਸੀਂ ਇਹਨਾਂ ਨੇ ਸਟੇਟਮੈਂਟ ਇਹ ਆਪਣੀਆਂ ਰਿਪੋਰਟਾਂ ਬਣਾਈਆਂ ਕਿ ਜੋ ਅਸੀਂ FIR ਕੀਤੀ ਸਹੀ ਕੀਤੀ ਆ। ਪਰ ਵੀਰ ਇਹ FIR ਤਾਂ ਕੀਤੀ ਗਈ ਸੀ ਕਿਉਂਕਿ ਜਦੋਂ ਮੈਂ ਕੇਸ ਅਟੈਂਡ ਕਰਨ ਲੱਗੀ ਵੀਰ, ਇਹਨਾਂ ਮਤਲਬ ਇੱਥੋਂ ਸਿਸਟਮ ਇਦਾਂ ਦਾ ਆ, ਫਿਰ ਤੁਹਾਡੇ ਤੇ ਨਾ ਇੱਕ ਕੇਸ ਪਵਾ ਦਿੰਦੇ ਆ ਕਿ ਤੁਹਾਡੇ ਤੇ, ਫਿਰ ਤੁਸੀਂ ਜਦੋਂ ਕੇਸ ਪਾ ਲਓ ਫਿਰ ਉਹਦਾ ਹੱਲ ਕੀ, ਤੁਹਾਨੂੰ ਜ਼ਮਾਨਤਾਂ ਕਰਾਓ। ਜੇ ਤੁਸੀਂ ਜ਼ਮਾਨਤ ਨਹੀਂ ਕਰਨੀ ਤੁਹਾਨੂੰ ਅਰੈਸਟ ਕਰ ਲਾਂਗੇ, ਫਿਰ ਤੁਸੀਂ ਕੁਐਸ਼ਿੰਗ ਦੇ ਚੱਕਰ 'ਚ ਪਾਓ। ਕੁਐਸ਼ਿੰਗ ਦੇ ਚੱਕਰ 'ਚ
ਤੁਹਾਡਾ ਧਿਆਨ ਉਧਰ ਹੋ ਗਿਆ। ਉਹਦਾ ਮਤਲਬ ਸੀ 452 ਦੀ 6 ਮਹੀਨੇ ਜ਼ਮਾਨਤ ਨਹੀਂ ਹੁੰਦੀ। ਇਹ ਹੁਣ ਅਮੈਂਡ ਹੋਈ ਆ ਵੀਰ, ਪਹਿਲਾਂ ਅਮੈਂਡ 2008 ਦੇ ਵਿੱਚ ਨਹੀਂ ਸੀ ਹੋਈ। ਇਹਨਾਂ ਦਾ ਸਿਰਫ ਮੇਨ ਕੰਮ ਸੀ ਮੈਨੂੰ ਉਲਝਾ ਕੇ ਰੱਖਣਾ। ਜ਼ਮੀਨ ਦੇ ਕੇਸ ਵੱਲ ਮੈਂ ਧਿਆਨ ਨਾ ਦੇ ਸਕੂੰਗੀ ਤੇ ਜ਼ਮੀਨ ਦਾ ਆਪਣੇ ਆਪ ਹੀ ਆਟੋਮੈਟਿਕਲੀ ਜੱਜ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਮਿਲ ਜਾਂਦੀ, ਟ੍ਰਾਂਸਫਰ ਕਰ ਲਾਂਗੇ। ਹਾਂਜੀ ਵੀਰ, ਫਿਰ ਮੈਂ ਹਾਈ ਕੋਰਟ ਤੋਂ ਪਹਿਲਾਂ ਮੈਂ ਆਪਣੀ ਜ਼ਮਾਨਤ ਕਰਵਾਈ। ਜ਼ਮਾਨਤ ਕਰਾ ਕੇ ਫਿਰ ਕਹਿੰਦੇ ਮੈਡਮ ਜੀ ਹੁਣ ਤੁਸੀਂ, ਇਹਨਾਂ ਨੇ ਪੁਲਿਸ ਵਾਲਿਆਂ ਨੇ ਰਿਪੋਰਟਾਂ ਬਣਾਤੀਆਂ ਕਿ ਜੋ ਅਸੀਂ FIR ਕੀਤੀ ਸਹੀ ਕੀਤੀ। ਫਿਰ ਉਹਦਾ ਹੱਲ ਕੀ ਮੈਡਮ ਜੀ, ਕੁਐਸ਼ਿੰਗ ਪਾਓ। ਫਿਰ ਮੈਂ ਕੁਐਸ਼ਿੰਗ ਵਾਸਤੇ ਕਰਕੇ ਉਹ ਕੀਤੀ ਹਾਈ ਕੋਰਟ 2008 ਚ। ਵੀਰ ਵਕੀਲਾਂ ਦੇ ਕਹਿਣ ਤੇ ਜੱਜਿਸ ਨੇ, ਹਾਈ ਕੋਰਟ ਦੇ ਜੱਜਿਸ ਨੇ ਵੀਰ FIR ਕੁਐਸ਼ ਨਹੀਂ ਕੀਤੀ। ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਹਾਈ ਕੋਰਟ ਦੇ ਜੱਜਿਸ ਨੇ ਵਕੀਲਾਂ ਦੇ ਕਹਿਣ ਤੇ ਨਹੀਂ ਕੀਤੀ? ਵੀਰ ਇਹਨਾਂ ਦੇ ਰਿਕਾਰਡ ਬੋਲਦੇ, ਜਿੱਦਾਂ ਮੈਂ ਹੁਣ ਪਹਿਲਾਂ ਹੋਨੇਬਲ ਚੀਫ ਜਸਟਿਸ ਉਹਨਾਂ ਦੀ ਗੱਲ ਦੱਸ ਚੁੱਕੀ, ਜਿਹੜੇ ਪ੍ਰੈਜ਼ੈਂਟ ਚ ਜੱਜ ਆ, ਕਿ ਜੇ ਉਹਨਾਂ ਦੇ ਹਿਸਾਬ ਨਾਲ ਨਹੀਂ ਇਹ ਚੱਲਦੇ ਸੀ ਤੇ ਵਕੀਲਾਂ ਨੇ ਬਕਾਇਦਾ, ਤੁਸੀਂ ਨੈਟ ਤੇ ਚੈੱਕ ਕਰ ਸਕਦੇ ਆ, ਇਹਨਾਂ ਨੇ ਰਿਟਨ ਦੇ ਵਿੱਚ ਇਹ ਕਰਕੇ ਸਟ੍ਰਾਈਕ ਕੀਤੀ ਸੀ, ਨੋ ਵਰਕ ਡੇ ਪਾਤਾ ਸੀ। ਤੁਸੀਂ YouTube ਤੇ ਪਤਾ ਕਿ ਅਸੀਂ ਇਹਨਾਂ ਨੂੰ ਟ੍ਰਾਂਸਫਰ ਕੀਤੀ ਜਾਵੇ। ਚੀਫ ਜਸਟਿਸ ਹੋਣਾ ਬਾਰੇ ਇਹ ਕਹਿ ਰਹੇ ਆ ਐਡਵੋਕੇਟ। ਤੁਸੀਂ ਦੱਸੋ, ਇਹ ਫਿਰ ਛੋਟੀਆਂ ਕੋਰਟਾਂ ਦਾ ਬਹੁਤ ਦੂਰ ਆ। ਫਿਰ ਹਾਈ ਕੋਰਟ ਦੇ ਜਿਹੜੇ ਜੱਜਿਸ ਆ ਉਹਨਾਂ ਨੇ ਕਿਹਾ ਨਹੀਂ ਮੈਡਮ ਜੀ ਪਹਿਲਾਂ ਟ੍ਰਾਇਲ ਕੋਰਟ 'ਚ ਜਾਓ ਕੁਐਸ਼ਿੰਗ ਵਾਸਤੇ। ਫਿਰ ਮੈਂ ਫਗਵਾੜੇ ਦਾ ਕੇਸ ਫਿਰ ਇਹਨਾਂ ਨੇ ਚੰਡੀਗੜ੍ਹ ਡਿਸਟ੍ਰਿਕਟ ਕੋਰਟ 'ਚ ਟ੍ਰਾਂਸਫਰ ਕਰਤਾ। ਫਿਰ ਮੈਂ ਜਦੋਂ ਡਿਸਟ੍ਰਿਕਟ ਇੱਥੇ ਗਈ ਆ, ਇਹ ਦੇਖੋ ਜੱਜਿਸ ਕਿੱਡੇ ਬੈਸਟ ਆ। ਸ਼ਾਲਿਨੀ ਗੁਪਤਾ ਮੈਡਮ ਕਰਕੇ ਇੱਥੇ ਐਡੀਸ਼ਨਲ ਸੈਸ਼ਨ ਜੱਜ ਚੰਡੀਗੜ੍ਹ ਲੱਗੇ ਸੀ। ਤੁਸੀਂ ਆਪ ਦੱਸੋ, ਕਦੀ ਵੀ ਸਟੇਟ ਐਕਸਪਰਟੀ ਨਹੀਂ ਹੁੰਦੀ। ਨਹੀਂ ਤੁਸੀਂ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੇ ਵਿੱਚ ਕੀ ਕਰਨ ਗਏ ਵੀਰ? ਇਹ FIR ਨੂੰ ਕੁਐਸ਼ ਕਰਨ ਲਈ। ਨਹੀਂ ਤੁਹਾਡਾ ਥੱਲੋਂ ਤੁਸੀਂ ਮੰਨ ਲਓ ਕਪੂਰਥਲਾ ਤੁਹਾਨੂੰ ਨਹੀਂ ਵੀਰ, ਫਗਵਾੜੇ ਇਹਨਾਂ ਨੇ ਚਲਾਨ ਪੇਸ਼ ਕੀਤਾ ਸੀ। ਫਿਰ ਹਾਈ ਕੋਰਟ ਨੇ ਫਗਵਾੜੇ ਵਾਲਾ ਕੇਸ ਚੰਡੀਗੜ੍ਹ ਟ੍ਰਾਂਸਫਰ ਕਰਤਾ ਸੀ, ਓਕੇ, FIR ਵਾਲਾ। ਇਦਾਂ ਹੋ ਸਕਦਾ ਹੈ? ਹਾਂਜੀ ਵੀਰ, ਇਹ ਤੁਸੀਂ ਕਿਤੇ ਵੀ ਬਸ ਤੁਹਾਨੂੰ ਰੀਜ਼ਨ ਦੱਸਣਾ ਪਊਗਾ ਕਿ ਅਸੀਂ ਕਿਉਂ ਟ੍ਰਾਂਸਫਰ ਕਰਾਉਣਾ ਚਾਹੁੰਦੇ ਹਾਂ। ਤੇ ਇਹ ਅੱਛਾ, ਤੁਸੀਂ ਟ੍ਰਾਂਸਫਰ ਕਰਵਾਇਆ ਸੀ? ਹਾਂਜੀ। ਫਿਰ ਜਦੋਂ ਕਹਿੰਦੇ ਕਿ ਮੈਮ ਤੁਸੀਂ ਟ੍ਰਾਇਲ ਕੋਰਟ 'ਚ ਜਾਓ, ਜਦੋਂ ਹਾਈ ਕੋਰਟ ਨੇ FIR ਕੁਐਸ਼ ਕਰਨ ਦੀ ਬਜਾਏ ਮੈਨੂੰ ਕਹਿ ਦਿੱਤਾ ਤੁਸੀਂ ਟ੍ਰਾਇਲ ਕੋਰਟ 'ਚ ਜਾਓ। ਫਿਰ ਮੈਂ ਕਿਹਾ ਇਹ ਤਾਂ ਵਕੀਲਾਂ ਦੇ ਤਾਂ ਸਾਰਿਆਂ ਨੇ ਸਟ੍ਰਾਈਕ ਕੀਤੀ ਸੀ, ਕਿਉਂਕਿ ਵੀਰ FIR ਕਰਨ ਤੋਂ ਬਾਅਦ ਇਹਨਾਂ ਨੇ ਸਾਰੇ ਵਕੀਲਾਂ ਨੇ ਫਿਲੌਰ, ਫਗਵਾੜਾ, ਕਪੂਰਥਲਾ, ਜਲੰਧਰ ਸਾਰੇ ਵਕੀਲਾਂ ਨੇ ਸਟ੍ਰਾਈਕਾਂ ਕਰਤੀਆਂ ਮੈਨੂੰ ਅਰੈਸਟ ਕੀਤਾ ਜਾਵੇ। ਅੱਛਾ। ਇਹਨਾਂ ਨੇ ਇਹ ਵੀਰ ਇੱਕ ਦੋ ਵਕੀਲ ਦੀ ਗੱਲ ਨਹੀਂ, ਸਾਰੇ 12 ਦੇ ਵਕੀਲਾਂ ਨੇ ਬਕਾਇਦਾ ਨੋ ਵਰਕ ਡੇ ਪਾਇਆ ਗਿਆ ਸਿਰਫ ਤੁਹਾਨੂੰ ਅਰੈਸਟ ਕਰਾਉਣ ਲਈ, ਕਿਉਂਕਿ ਤੁਸੀਂ 4 ਮਰਦਾਂ ਨੂੰ ਕੁੱਟਿਆ। ਹਾਂਜੀ, ਵਕੀਲ ਉਹਨਾਂ ਨੂੰ ਮੈਚ ਇਕੱਲੀ ਨੇ ਕੁੱਟ ਦਿੱਤਾ। ਇਹ ਤੁਹਾਨੂੰ ਪੜ੍ਹੇ ਲਿਖੇ ਡਿਗਰੀਆਂ ਵਾਲਿਆਂ ਦੇ ਉਹਨਾਂ ਦੀਆਂ ਗੱਲਾਂ ਦੱਸ ਰਹੀਆਂ ਕਿ ਮੈਂ ਇੱਕ ਅਨਮੈਰਿਡ ਲੜਕੀ ਦੀ ਕਿੱਦਾਂ ਇਹਨਾਂ ਨੇ ਜ਼ਿੰਦਗੀ ਬਰਬਾਦ ਕੀਤੀ। ਔਰ ਮੈਂ ਹਾਰ ਕੇ ਮਜਬੂਰ ਹੋ ਕੇ ਵੀ ਤੁਹਾਡੇ ਨਾਲ ਮੈਂ ਕੰਟੈਕਟ ਕੀਤਾ ਸੀ ਕਿ ਮੈਂ ਆਪਣੀ ਗੱਲ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਪੜ੍ਹੇ ਲਿਖੇ ਡਿਗਰੀਆਂ ਵਾਲੇ ਤੇ ਵੱਡੇ ਵੱਡੇ ਆਫੀਸਰਸ ਜਿਹੜੇ ਆਪਣੇ ਆਪ ਨੂੰ ਬੜੇ ਲੋਕਾਂ ਸਾਹਮਣੇ ਦੱਸਦੇ ਅਸੀਂ ਬੜੇ ਸਾਡੇ ਪਾਵਰਫੁਲ ਇਨਸਾਨ ਆ। ਵੀਰ ਮੇਰਾ ਕੋਈ ਫੈਮਿਲੀ ਡਿਸਪਿਊਟ ਨਹੀਂ ਆ ਰਿਸ਼ਤੇਦਾਰਾਂ ਨਾਲ, ਨਾ ਮੈਂ ਮੈਰਿਡ ਆ ਕਿ ਇਨ-ਲਾਜ਼ ਵੱਲੋਂ ਦਿੱਕਤ ਆ ਜਿਹੜੇ ਮੇਰੀ ਜ਼ਮੀਨਾਂ ਦੇ ਬਿਆਨੇ ਅਗਲੇ ਨੇ ਬਣਾਏ ਸੀ ਵੀਰ, ਇਹਨਾਂ ਨਾਲ ਸਾਡੀ ਕੋਈ ਰਿਸ਼ਤੇਦਾਰੀ ਨਹੀਂ, ਮੇਰੇ ਸਿਰਫ ਬਿਆਨੇ ਕਰਤੇ। ਫਿਰ ਕੇਸ ਕਰ, ਫਿਰ ਕਹਿੰਦੇ ਆਜੋ ਮੈਡਮ ਜੀ, ਜੇ ਤੁਸੀਂ ਕੇਸ ਅਟੈਂਡ ਕਰਦੇ ਫਿਰ ਤੁਹਾਡੇ ਤੇ FIR। ਇਹ ਵਕੀਲਾਂ ਦੇ, ਇਹ ਕੋਈ ਪ੍ਰਾਈਵੇਟ ਨਾਰਮਲ ਇਨਸਾਨਾਂ ਦੀ ਗੱਲ ਨਹੀਂ ਵੀਰ। ਫਿਰ ਇਹਨਾਂ ਨੇ ਉਹ ਸਟ੍ਰਾਈਕਾਂ ਕਰਤੀਆਂ। ਫਿਰ ਵੀਰ 16/5 ਨੂੰ 2008 ਨੂੰ ਸਾਰੇ ਵਕੀਲ ਇਕੱਠੇ ਹੋ ਕੇ ਮੇਰੇ ਘਰ ਆ ਗਏ ਸੀ। ਜਦੋਂ ਮੈਂ ਚੰਡੀਗੜ੍ਹ ਆਈ ਸੀ, ਮੇਰੇ ਮਦਰ ਇਕੱਲੇ ਘਰ ਸੀ ਤੇ ਇੱਕ ਮੈਂ ਘਰ ਕੁੱਕ ਰੱਖਿਆ ਹੋਇਆ ਸੀ ਖਾਣਾ ਬਣਾਉਣ ਨੂੰ, ਬਸੰਤ ਭੱਟ। ਉਹਦਾ ਕੰਮ ਸੀ ਸਿਰਫ ਖਾਣਾ ਖੁਣਾ ਬਣਾਉਣ ਦਾ ਘਰ। ਉਹ ਤੇ ਮੇਰੇ ਮਦਰ ਇਕੱਲੇ ਘਰ ਸੀ। ਸਾਰੇ ਵਕੀਲਾਂ ਨੇ ਇਕੱਠੇ ਹੋ ਕੇ, ਤੁਸੀਂ ਫਲੋਰ ਸ਼ਹਿਰ 'ਚ ਕਿਸੇ ਨੂੰ ਪੁੱਛ ਲਓ, ਨਿੱਕੇ ਨਿੱਕੇ ਬੱਚੇ ਨੂੰ ਪਤਾ, ਗਲੀਆਂ ਵਕੀਲਾਂ ਨਾਲ ਭਰ ਗਈਆਂ ਸੀ, ਗੇਟਾਂ ਨੂੰ ਲੱਤਾਂ ਮਾਰੀਆਂ ਗਈਆਂ ਸੀ। ਮੰਮਾ ਮੇਰੇ ਕੋਲ ਧੱਕੇ ਨਾਲ ਗੇਟ ਖਲਵਾ ਕੇ ਇੱਕ ਇੱਕ ਕਮਰੇ ਦੀ ਤਲਾਸ਼ੀ ਲਿੱਤੀ ਗਈ ਸੀ ਵਕੀਲਾਂ ਨੇ। ਲੈ ਸਕਦੇ ਨੇ, ਰੱਬ ਨੇ ਉਹ। ਨਹੀਂ ਪਤਾ ਕੀ ਵੀਰ, ਨਾ ਕੋਈ ਪੁਲਿਸ ਵਾਲੇ ਨਾਲ ਨਹੀਂ ਸੀ। ਨਹੀਂ ਇਹ ਵਕੀਲ ਵੀ ਰੱਬ ਨੇ, ਕਾਲੇ ਕੋਟ ਦੇ ਵਿੱਚ ਰੱਬ ਨੇ, ਕੁਝ ਵੀ ਕਰ ਸਕਦੇ। ਇਹ ਪੜ੍ਹੇ ਲਿਖੇ ਡਿਗਰੀਆਂ ਵਾਲਿਆਂ ਦੇ ਤੁਹਾਨੂੰ ਕੰਮ ਦੱਸਦੀ ਆ ਕਿ ਇਹਨਾਂ ਨੇ ਕਿੱਦਾਂ ਕੰਮ ਕੀਤਾ। ਫਿਰ ਇਹਨਾਂ ਦੀ ਵਰਡਿੰਗ ਪਤਾ ਕੀ ਸੀਗੀ, ਮਾਤਾ ਆਪਣੀ ਧੀ ਕੱਢ, ਤੇਰੀ ਧੀ ਲੈਣ ਆਏ ਆ। ਅੱਛਾ। ਮੇਰੇ ਤੇ ਕਿਸੇ ਨੂੰ ਯਕੀਨ ਕਰਨ ਦੀ ਲੋੜ ਨਹੀਂ। ਉਹ ਫਿਲੌਰ ਉੱਥੇ ਸਾਰਿਆਂ ਦੇ ਸਾਹਮਣੇ ਨਿੱਕੇ ਨਿੱਕੇ ਬੱਚਿਆਂ ਨੂੰ ਪਤਾ ਕਿੱਦਾਂ ਕੰਮ ਹੋਏ ਸੀ। ਇਹਦੇ ਵਿੱਚ ਇਸ ਕੇਸ ਦੇ ਵਿੱਚ ਜਤਿੰਦਰ ਸ਼ਰਮਾ ਡਾਕਟਰ ਆ ਵੀਰ, ਉਹ ਸ਼ਹਿਰ ਦਾ ਪ੍ਰਧਾਨ ਜਿਹੜਾ ਨਾ ਇਹਨਾਂ ਦਾ ਹੁੰਦਾ, ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਮੈਂ ਦੁਕਾਨ ਬੰਦ ਕਰਕੇ ਖਾਣਾ ਖਾਣ ਨੂੰ ਜਦੋਂ ਜਾ ਰਿਹਾ ਸੀ, ਘਰ ਨੂੰ ਆਪਣੇ ਜਾ ਰਿਹਾ ਸੀ, ਮੇਰੇ ਸਾਹਮਣੇ ਇਹਨਾਂ ਦੇ ਨਾਲ ਇਹ ਕੰਮ ਹੋਇਆ।
ਪਰ ਪੁਲਿਸ ਦੇਖੋ ਕਿੰਨੀ ਬੈਸਟ, ਲੋਕਾਂ ਨੇ ਦੇਖਿਆ ਇਹਨਾਂ ਪੁਲਿਸ ਵਾਲੇ ਕਹਿੰਦੇ ਨਾ ਜੀ ਇਹ ਝੂਠ ਬੋਲਦੇ ਆ, ਅਜਿਹਾ ਵਾਕਿਆ ਨਹੀਂ ਹੋਇਆ। ਵਕੀਲ ਤੁਹਾਡੇ ਘਰ ਕਦੇ ਗਏ ਨਹੀਂ ਅਕੋਰਡਿੰਗ ਟੂ ਪੁਲਿਸ? ਹਾਂਜੀ, ਇਹ ਪੁਲਿਸ ਵਾਲੇ ਦੇਖੋ ਇਹ ਉਹ ਕਿੱਦਾਂ ਸਿਆਣੇ ਕਰਦੇ ਨੇ ਆ ਪੁਲਿਸ ਵਾਲੇ, ਆਪਾਂ ਆਪਾਂ ਕਿਵੇਂ ਮਾੜਾ ਕੀਏ ਉਹਨਾਂ ਨੂੰ? ਅੱਖੀ ਤਾਂ ਜਿਹੜੇ ਤੁਸੀਂ ਕਿਸੇ ਨਹੀਂ ਨੂੰ, ਪੁਲਿਸ ਹਮੇਸ਼ਾ ਹੀ ਠੀਕ ਹੁੰਦੀ ਹੈ ਜੀ। ਤੁਹਾਨੂੰ ਮੈਂ ਦੱਸਦੀ ਕਿ ਹਾਂਜੀ। ਇੱਥੇ ਪੰਜਾਬ 'ਚ ਸਿਸਟਮ ਕਿੱਦਾਂ ਦਾ ਆ, ਜੀ ਜੀ ਜੀ। ਇਹ ਕਿੱਦਾਂ ਕਰਦੇ ਆ। ਚੰਡੀਗੜ੍ਹ ਮੈਂ ਮੈਡਮ ਦੀ ਗੱਲ ਦੱਸਦੀ ਸੀ, ਸ਼ਾਲਿਨੀ ਗੁਪਤਾ ਐਡੀਸ਼ਨਲ ਸੈਸ਼ਨ ਜੱਜ, ਵੀਰ ਕਦੀ ਸਟੇਟ ਐਕਸਪਰਟੀ ਨਹੀਂ ਹੋਈ। ਮੇਰੇ ਕੇਸ ਦੇ ਵਿੱਚ ਸਟੇਟ ਤੇ ਵਕੀਲ 2 ਸਾਲ ਇਹ ਕੋਰਟ 'ਚ ਗਏ ਨਹੀਂ। ਆਰਡਰਾਂ ਦੇ ਵਿੱਚ ਡਿਟੇਲ ਨਾਲ ਜਾਣ ਦੀ ਲੋੜ ਨਹੀਂ, ਫਰੰਟ ਔਰ ਪੇਜ ਤੇ ਲਿਖਿਆ ਐਕਸਪਰਟੀ ਦੋਨੇ ਜਣੇ। ਪਰ ਮੈਡਮ ਦੇਖੋ ਕਿੰਨੇ ਬੈਸਟ ਆ, ਜੱਜਿਸ ਦੀ ਜਿਹੜੀ ਮੈਂ ਗੱਲ ਦੱਸਦੀ ਆ, ਉਹਨਾਂ ਨੇ ਫਿਰ ਵੀ ਮੇਰੀ FIR ਕਵੈਸ਼ ਨਹੀਂ ਕੀਤੀ। ਹਾਲਾਂਕਿ ਉਹ ਜਿਹੜੀ ਆਈ ਨਹੀਂ ਨਾ ਸਟੇਟ ਪ੍ਰੈਜ਼ੈਂਟ ਹੋਈ ਆ ਨਾ ਉਹ ਆਏ ਬੜੇ ਹੀ ਨਹੀਂ 2 ਸਾਲ ਵੀਰ। ਉਹ ਲਿਖਿਆ ਹੋਇਆ ਉਹਦੇ ਵਿੱਚ, ਲਿਖਿਆ ਬਕਾਇਦਾ ਵੀਰ, ਉਹਦੇ ਫਰੰਟ ਪੇਜ ਤੇ ਚਲੋ ਲਿਖਿਆ। ਜੱਜ ਨੇ ਤੁਹਾਨੂੰ ਮੈਂ ਦੱਸਦੀ ਕਿ ਉਹਨਾਂ ਨੇ ਇਨਸਾਫ ਕਰਨਾ ਹੁੰਦਾ ਜੀ। ਤੱਕੜੀ ਜੇ ਹੁਣ ਤੁਹਾਡੇ ਵਾਲੇ ਪਾਸੇ ਨੂੰ ਤੁਸੀਂ ਇਕੱਲੇ ਸੀ, ਫਿਰ ਤੱਕੜੀ ਇੱਕ ਪਾਸੇ ਚੁੱਕੀ ਜਾਣੀ ਸੀ ਨਾ, ਉਹਨਾਂ ਨੇ ਬਰਾਬਰ ਰੱਖ ਕੇ ਕੀਤਾ ਇਨਸਾਫ। ਚਾਹੇ ਮੈਂ ਝੂਠੀ ਹੁੰਦੀ, ਮੈਂ ਕਹਿੰਦੀ ਸਦਾ ਸਰ ਮੇਚੇ ਕਸੂਰ ਹੁੰਦਾ, ਪਰ ਕੋਰਟ ਨੇ ਫਿਰ ਵੀ FIR ਉਹਨਾਂ ਨੇ ਕਵੈਸ਼ ਕਰਨੀ ਹੀ ਸੀ। ਕਿਉਂ? ਕਿਉਂਕਿ ਪਾਰਟੀਆਂ ਨਹੀਂ ਉਹ ਆਉਂਦੀਆਂ ਸੀ, ਐਕਸ ਪਾਰਟੀਆਂ ਤੱਕੜੀ ਦਾ ਵੀ ਮਸਲਾ ਨਾ, ਤੱਕੜੀ ਇੱਕ ਪਾਸੇ ਹੋ ਜਾਣੀ ਸੀ ਵੀਰ, ਫਿਰ ਉਹ ਬਰਾਬਰ ਰੱਖਣੀ ਪੈਂਦੀ ਫਿਰ ਤੁਸੀਂ ਦੇਖੋ ਫਿਰ ਵਕੀਲਾਂ ਦੇ ਕਰਕੇ ਹੋਇਆ ਨਾ, ਵਕੀਲਾਂ ਕਰਕੇ ਕਿ ਉਹ ਜਿਹੜੇ ਜੱਜ ਵੀ ਇਹ ਵਕੀਲਾਂ ਤੋਂ ਜੱਜ ਬਣੇ ਹੁੰਦੇ ਆ। ਫਿਰ ਉਹਨਾਂ ਨੇ ਫਿਰ ਮੈਨੂੰ ਹਾਈ ਕੋਰਟ ਜਾਣਾ ਪਿਆ ਵੀਰ, FIR ਕਵੈਸ਼ ਹੋਣ ਨੂੰ। ਵੀਰ ਇੰਨਾ ਚਿਰ ਪੈਂਡਿੰਗ ਰੱਖਣ ਦੇ ਬਾਵਜੂਦ ਵੀ ਵੀਰ ਇਹਨਾਂ ਨੇ ਇਹ ਕਹਿਤਾ ਕਿ ਨਹੀਂ ਇਹ FIR ਕਵੈਸ਼ ਹਾਈ ਕੋਰਟ 'ਚ ਕੀ ਬਣਿਆ? ਹਾਈ ਕੋਰਟ ਨੇ ਉਹਨਾਂ ਨੇ ਕਹਿਤਾ ਸੀ ਇਹ FIR ਨਹੀਂ ਕਵੈਸ਼ ਹੋ ਸਕਦੀ, ਕਿਸ ਬੇਸ ਤੇ ਨਹੀਂ ਹੋਣੀ? ਕੀ ਉਹਨਾਂ ਨੇ ਕੀ ਰੀਜ਼ਨ ਤਾਂ ਦਿੱਤਾ ਹੋਊਗਾ? ਨਹੀਂ, ਉਹ ਕਹਿੰਦੇ ਕਿ ਹੁਣ 2008 ਤੋਂ ਲੈ ਕੇ 2014 ਤੱਕ ਇਹ ਲੰਬਾ ਟਾਈਮ ਪੀਰੀਅਡ ਹੋ ਚੁੱਕਾ, ਨੀਚੇ ਚਾਰਜ ਫਰੇਮ ਵੀ ਹੋ ਗਏ ਆ। ਕਿਉਂਕਿ ਵੀਰ ਮੈਂ ਕਦੀ ਇਨ ਪਰਸਨ ਕੇਸ ਨਹੀਂ ਸੀ ਲੜੇ, ਮੈਂ ਹਮੇਸ਼ਾ ਮੇਰੇ ਜਿੰਨੇ ਜ਼ਮੀਨ ਵਾਲੇ ਕੇਸ ਦੇਖ ਲਓ ਤੇ FIR ਵਾਲੇ ਕੇਸ ਦੇਖ ਲਓ, ਇੱਕ ਤੋਂ ਇੱਕ ਚੋਟੀ ਦੇ ਐਡਵੋਕੇਟਾਂ ਦੀਆਂ ਅਟਾਰਨੀਆਂ ਲੱਗੀਆਂ ਹੋਈਆਂ। ਪਰ ਵੀਰ ਜਦੋਂ ਫਿਰ ਬਹਿਸ ਕਰਨਾ, ਲਾਸਟ ਦੇ ਵਿੱਚ ਕੁਝ ਗੱਲਾਂ ਦੇ ਵਿੱਚ ਪੁਆਇੰਟਾਂ ਤੇ ਸਾਇਲੈਂਟ ਹੋ ਜਾਣਾ, ਫਿਰ ਤੁਹਾਡੇ ਵਕੀਲਾਂ ਨੇ? ਹਾਂਜੀ, ਜਿਹੜਾ ਕਿ ਮੈਂ ਕਿਉਂਕਿ ਅਟਾਰਨੀਆਂ ਉਹਨਾਂ ਦੀਆਂ ਬੋਲਦੀਆਂ ਪਈਆਂ ਆ, ਤਾਂ ਹੀ ਮੈਂ ਸ਼ੁਰੂ ਤੋਂ ਪਹਿਲੀ ਕਿਹਾ ਵਕੀਲ ਵਕੀਲਾਂ ਦੇ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ। ਇੱਕ ਵਕੀਲ ਕਰਦਾ, ਦੂਸਰੇ ਵਕੀਲ ਉਹਨਾਂ ਬਾਈਕਾਟ ਕਰ ਦਿੰਦੇ, ਉਹਨਾਂ ਨੂੰ ਕਹਿੰਦੇ ਅਸੀਂ ਤੈਨੂੰ ਨਹੀਂ ਤਾਂ ਬਾਹਰ ਚੋਂ ਨਿਕਾਲ ਦੇਣਾ, ਉਹਦੇ ਹਿਸਾਬ ਨਾਲ ਹੀ ਚੱਲਦੇ ਆ ਸਾਰੇ ਵੀਰ ਉਹਨਾਂ ਨੇ। ਪਰ ਮੇਰਾ ਕੰਮ ਸੀ ਐਡਵੋਕੇਟ ਕਰਨਾ, ਜਿੱਦਾਂ ਇਹ ਦਿਖਾਵਾ ਕਰਦੇ ਆ, ਨਹੀਂ ਨਹੀਂ ਜੀ ਏਦਾਂ ਨਹੀਂ ਸਾਰੇ ਹੁੰਦੇ, ਹਨਾ ਜੀ ਵੀਰ। ਮੈਂ ਚਲੋ ਕੋਈ ਗੱਲ ਨਹੀਂ ਵੀਰ, ਫਿਰ ਹਾਈ ਕੋਰਟ ਨੇ ਇਹ ਕਹਿਤਾ ਨਹੀਂ ਜੀ ਹੁਣ ਚਾਰਜ ਫਰੇਮ ਹੋ ਚੁੱਕੇ ਆ, ਲੰਬਾ ਟਾਈਮ ਹੋ ਚੁੱਕਾ, 2008 ਤੋਂ ਲੈ ਕੇ 14 ਤੱਕ ਹੁਣ FIR ਕਵੈਸ਼ ਨਹੀਂ ਹੋ ਸਕਦੀ। ਉਹਨਾਂ ਨੇ ਡਿਸਮਿਸ ਕਰਤਾ। ਉਹਦੇ ਵਿੱਚ ਤੁਹਾਡੀ ਜਿਹੜੀ ਅਪੀਲ ਸੀ ਉਹ ਕਰਤੀ ਉਹਨਾਂ ਨੇ। ਉਹਦੇ ਵਿੱਚ ਐਡਵੋਕੇਟ ਹੋਣਾ ਹੈਗੇ ਰੰਜਨ ਲਖਨਪਾਲ, ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਐਡਵੋਕੇਟ ਆ, ਉਹਨਾਂ ਨੂੰ ਮੈਂ ਕੀਤਾ ਸੀਗਾ। ਉਹਨਾਂ ਨੇ ਨੋਟਿਸ ਵੀ ਨਹੀਂ ਹੋ, ਸਿੱਧਾ ਹੀ ਡਿਸਮਿਸ ਕਰਾਤਾ। ਚਲੋ ਕੋਈ ਗੱਲ ਨਹੀਂ। ਫਿਰ ਹੋਨੇਬਲ ਸੁਪਰੀਮ ਕੋਰਟ ਲਾਸਟ ਕੋਰਟ ਸੀ। ਫਿਰ ਮੈਂ ਕਿਹਾ ਕਿ ਹੁਣ ਮੈਂ 2008 ਤੋਂ ਲੈ ਕੇ 14 ਤੱਕ ਤੇ ਮੈਂ ਕਿ ਮੈਂ ਹਮੇਸ਼ਾ ਐਡਵੋਕੇਟ ਕਰਦੀ ਆ ਰਹੀ ਹਾਂ, ਹੁਣ ਮੈਂ ਰਿਸਕ ਨਹੀਂ ਲੈਣਾ, ਕਿਉਂਕਿ ਇਹ ਆਪ ਖੁਦ ਵਕੀਲ ਕਹਿੰਦੇ ਹੁੰਦੇ ਆ ਮੈਡਮ ਜੀ ਜੇ ਨੀਚੇ ਕੋਰਟ 'ਚ ਨਹੀਂ ਕੀਤਾ, ਸਾਡੀ ਉੱਪਰ ਕੋਰਟ ਆ, ਤੁਸੀਂ ਉੱਪਰ ਨਹੀਂ ਗਏ ਜੀ, ਉੱਪਰ ਹਾਈ ਕੋਰਟ ਨਹੀਂ ਮੈਡਮ ਜੀ, ਸਾਡੀ ਉੱਪਰ ਕੋਰਟਾਂ ਬੈਠੀਆਂ ਸੀ, ਤੁਸੀਂ ਉੱਥੇ। ਇਹ ਖੁਦ ਅਗਲੇ ਨੂੰ ਕਾਊਂਟਿੰਗ ਦੇ ਤੌਰ ਤੇ ਗੱਲਾਂ ਕਰਦੇ। ਫਿਰ ਵੀ ਮੈਂ ਕਿਹਾ ਸੀ ਕਿ ਮੈਂ ਸੁਪਰੀਮ ਕੋਰਟ ਲਾਸਟ ਕੋਰਟ ਮੈਂ ਰਿਸਕ ਨਹੀਂ ਲੈਣਾ, ਫਿਰ ਮਜਬੂਰੀ ਨਾ ਫਿਰ ਮੈਨੂੰ ਆਪ ਖੜਨਾ ਪਿਆ। ਅੱਛਾ, ਸੁਪਰੀਮ ਕੋਰਟ ਦੇ ਵਿੱਚ ਤੁਸੀਂ ਆਪ ਪ੍ਰੈਜ਼ੈਂਟ ਹੋ ਰਹੇ ਹੋ? ਵੀਰ 2014 ਦੇ ਵਿੱਚ ਮੈਂ ਕੇਸ ਫਾਈਲ ਕੀਤਾ ਸੀ ਕਵੈਸ਼ਿੰਗ ਦਾ ਕੀਤਾ। ਇਹ ਕੇਸ ਲੱਗਾ ਸੀ 20/4/2015 ਨੂੰ। ਵੀਰ ਜਸਟਿਸ ਮਦਨ ਬੀ ਲਕੌਰ ਜੀ, ਹੋਨੇਬਲ ਜਸਟਿਸ ਆਦਰਸ਼ ਕੁਮਾਰ ਗੋਇਲ ਜੀ, ਵੀਰ ਇਹ ਮੇਰੇ ਵਾਸਤੇ ਪਰਮਾਤਮਾ ਦਾ ਰੂਪ ਬਣ ਕੇ ਬੋੜੇ। ਉਹਨਾਂ ਨੇ ਇਹ ਨਹੀਂ ਦੇਖਿਆ ਸਾਰੇ ਵਕੀਲ ਇੱਕ ਪਾਸੇ ਆ, ਸਾਰੀ ਪੁਲਿਸ ਇੱਕ ਪਾਸੇ ਆ, ਅਸੀਂ ਕੱਲ ਨੂੰ ਰਿਟਾਇਰਮੈਂਟ ਸਾਡੀ ਹੋਣੀ ਆ, ਸਾਨੂੰ ਕੱਲ ਉਹਨਾਂ ਨੂੰ ਵਾਹ ਪੈ ਸਕਦਾ, ਇਹ ਕੱਲੀ ਲੜਕੀ ਆ ਇੱਕ ਪਾਸੇ ਆ, ਅਸੀਂ ਇਹਨੂੰ ਇਸ ਵਾਸਤੇ ਅਸੀਂ ਕੀ ਦੇਖਣਾ ਆ। ਉਹ ਉਹਨਾਂ ਦੇ ਵੱਲ ਕਹਿ ਝੁਕਾ ਕਰਕੇ ਮੇਰੇ ਕੇਸ ਦੇ ਡਿਸਮਿਸ ਕਰ ਸਕਦੇ ਸੀ। ਪਰ ਜਿਸ ਵੀ ਜੱਜ ਉਹਨਾਂ ਦੇ ਵੀ ਜਾਂਦਾ ਸੀ, ਜਸਟਿਸ ਚਮਲੇਸ਼ਵਰ ਜੀ ਹੋਣੀ ਸੀਗੇ, ਔਰ ਜਦੋਂ ਉਹਨਾਂ ਦੀ ਕੋਰਟ 'ਚ ਵੀ ਲੱਗਾ ਸੀ, ਉਹਨਾਂ ਨੂੰ ਪੁੱਛਿਆ ਕਹਿੰਦੇ ਵਟ ਏ ਨੌਨਸੈਂਸ ਮੈਟਰ, ਸਾਰੇ ਕਹਿੰਦੇ ਆ ਤਾਂ FIR ਬਣਦੀ ਨਹੀਂ ਆ। ਪਰ ਇਹਨਾਂ ਨੇ ਹਾਈ ਕੋਰਟ ਨੇ ਇੰਨਾ ਚਿਰ ਪੈਂਡਿੰਗ ਕਿਉਂ ਰੱਖੀ?
ਉਹਨਾਂ ਦੇ ਕਹਿਣ ਤੇ ਚਮਲੇਸ਼ਵਰ ਜੀ ਦੇ ਇਹ ਸ਼ਬਦ ਸੀ। ਇਹ Justice ਹਾਂਜੀ ਜਸਟਿਸ ਚਮਲੇਸ਼ਵਰ ਜੀ ਦੇ ਸ਼ਬਦ ਸੀ। ਉਹ ਕਿਉਂਕਿ ਵੀਰ ਇੱਕ ਕੋਰਟ 'ਚ ਦੋ ਜੱਜ ਹੁਣੀ ਬੈਠਦੇ ਹੁੰਦੇ ਆ, ਉਹ ਇੱਕ ਜਿਹੜੇ ਨਾਲ ਜੱਜ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਵਟਸ ਦਾ ਮੈਟਰ, ਕੀ ਹੈਗਾ ਮੈਟਰ। ਉਹਨਾਂ ਨੇ ਫਿਰ ਜਦੋਂ ਦੱਸਿਆ ਕਹਿੰਦੇ ਵਟ ਏ ਨੌਨਸੈਂਸ ਮੈਟਰ, ਉਹ ਹੋ ਗਿਆ ਵੀਰ। ਫਿਰ ਜਦੋਂ ਇਹਨਾਂ ਨੇ, ਜਦੋਂ ਮੈਂ ਪਹਿਲੀ ਤਰੀਕ ਤੇ ਗਈ, ਉਹਨਾਂ ਨੇ ਮੈਨੂੰ ਨੋਟਿਸ ਕਰਕੇ ਪੱਕਾ ਸਟੇ ਦੇ ਦਿੱਤਾ। ਅੱਛਾ, ਚਮਲੇਸ਼ਵਰ ਜੀ ਉਹਨਾਂ ਨੇ ਦਿੱਤਾ? ਨਹੀਂ, ਇਹ ਜਸਟਿਸ ਮਦਨ ਬੀ ਲਕੌਰ ਜੀ ਤੇ ਜਸਟਿਸ ਆਦਰਸ਼ ਕੁਮਾਰ ਗੋਇਲ ਜੀ, ਉਹਨਾਂ ਨੇ ਮੈਨੂੰ ਪਹਿਲਾਂ ਨੋਟਿਸ ਕਰਕੇ ਤੇ ਨਾਲ ਪੱਕਾ ਸਟੇ ਦੇ ਦਿੱਤਾ। ਸਟੇਜ ਕੀ ਲਿਖਿਆ ਉਹਨਾਂ ਸਰ ਸਟੇ ਇਹ ਦਿੱਤਾ ਕਿ ਜਿੰਨਾ ਚਿਰ ਹੋਨੇਬਲ ਸੁਪਰੀਮ ਕੋਰਟ ਕੇਸ ਪੈਂਡਿੰਗ ਆ, ਟ੍ਰਾਇਲ ਕੋਰਟ ਦੀ ਪ੍ਰੋਸੀਡਿੰਗ ਉਹ ਸਟੇ ਕਰ ਦਿੱਤੀ, ਕੋਈ ਇਹ ਕਾਰਵਾਈ ਨਹੀਂ ਕਰ ਸਕਦਾ। ਅੱਛਾ, ਤੁਹਾਡੀ ਕੋਈ ਅਰੈਸਟ ਜਾਂ ਕੁਝ ਨਹੀਂ ਪੈ ਸਕਦਾ? ਨਹੀਂ ਵੀ ਅਰੈਸਟ ਨਹੀਂ, ਕਿ ਕੋਈ ਤੁਸੀਂ ਡੇਟਾਂ ਤੇ ਕੋਈ ਕਾਰਵਾਈ, ਗਵਾਹੀਆਂ ਨਹੀਂ, ਐਵੀਡੈਂਸ ਨਹੀਂ ਕਰ ਸਕਦੇ ਜਾਂ ਕਿੱਦਾਂ। ਇਹਨਾਂ ਦਾ ਮਤਲਬ ਇਹ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਗਵਾਹੀਆਂ ਕਰਵਾ ਦਈਏ ਤੇ ਗਵਾਹਾਂ ਜਦੋਂ ਮਤਲਬ ਕਿ ਫਿਰ FIR ਕਵੈਸ਼ ਹੋਣ 'ਚ ਦਿੱਕਤ ਆਉਂਦੀ ਆ। ਜਦ ਕਿ ਇਹਨਾਂ ਨੂੰ ਇਹ ਨਹੀਂ ਪਤਾ, ਈਵਨ ਸਾਰੀਆਂ ਗਵਾਹੀਆਂ ਕੰਪਲੀਟ ਹੋ ਜਾਣ, ਲਾਸਟ ਸਟੇਜ ਤੇ ਵੀ FIR ਕਵੈਸ਼ ਹੋ ਸਕਦੀ ਆ, ਡਿਪੈਂਡ ਕਰਦਾ ਫੈਕਟਸ ਦੇ ਆਧਾਰ ਤੇ ਕਿ ਹਾਂਜੀ ਫੈਕਟਸ। ਹੁਣ ਤਾਂ ਚਾਰਜ ਸ਼ੀਟ ਤੋਂ ਬਾਅਦ ਵੀ ਸੁਪਰੀਮ ਕੋਰਟ ਦੀ ਨਵੀਂ ਗਾਈਡਲਾਈਨ ਆਈ ਆ। ਅੱਛਾ ਜੀ, ਤੇ ਫਿਰ ਇਹ ਇਦਾਂ ਹੋ ਸਕਦਾ, ਪਰ ਇਹ ਚਾਹੁੰਦੇ ਸੀ ਇੱਥੇ ਆਂਦਰ ਨੂੰ ਕਹਿ ਕੇ ਟ੍ਰਾਇਲ ਕੋਰਟਾਂ ਦੇ ਜੱਜਿਸ ਨੂੰ, ਹਾਈ ਕੋਰਟ ਦਾ, ਕਿ ਤੁਸੀਂ ਨਾ ਕਰੋ, ਕਿਉਂ ਸਾਡੀ ਇੱਜ਼ਤ ਨਹੀਂ ਰਹਿੰਦੀ, ਕਿਉਂਕਿ ਅਸੀਂ ਐਡਵੋਕੇਟ ਆ ਔਰ ਇਹ ਵੱਡੇ ਆਫੀਸਰਸ ਹੈਗੇ ਆ ਤੇ ਇਹ ਸਾਡੀ ਕਵੈਸ਼ ਹੋ ਗਈ, ਸਾਡੀ ਇੱਜ਼ਤ ਨਹੀਂ ਰਹਿੰਦੀ।